ਸਭ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਵੈਲਕਮ ਟੂ ਅਵਰ ਚੈਨਲ ਸਿੰਗ ਇਨ ਜਰਮਨੀ। ਜੇ ਤੁਸੀਂ ਸਾਡੇ ਚੈਨਲ ਨੂੰ ਸ਼ੁਰੂ ਤੋਂ ਦੇਖ ਰਹੇ ਹੋ ਤੁਹਾਨੂੰ ਪਤਾ ਹੋਣਾ ਮਾਰਤਾ ਬਾਰੇ, ਮੇਰੀ ਵਾਈਫ। ਤੇ ਅੱਜ ਮੇਰੇ ਨਾਲ ਨਹੀਂ ਹੈਗੀ, ਮੈਂ ਐਕਚੁਅਲੀ ਬਾਹਰ ਆਇਆ, ਉਹ ਘਰੇ ਹੈਗੀ ਆ। ਕਿਉਂ ਹਰ ਰੋਜ਼ ਅਸੀਂ ਨਾਈਟ ਸ਼ਿਫਟ ਕੰਮ ਕਰਦੇ ਹਾਂ ਰੈਸਟੋਰੈਂਟ ਦੇ ਵਿੱਚ। ਰਾਤੀ ਕਾਫੀ ਲੇਟ ਹੋ ਗਏ, 2:30-3 ਵੱਜ ਗਏ ਸੀ ਰਾਤ ਨੂੰ। ਤੇ ਅੱਜ ਉਹ ਰੈਸਟ ਕਰ ਰਹੀ ਹੈ ਕਿਉਂ ਸ਼ਾਮ ਨੂੰ ਫਿਰ ਸ਼ਿਫਟ ਹੈਗੀ ਆ। ਤੇ ਮੈਂ ਇਕੱਲਾ ਬਾਹਰ ਆਇਆ। ਤੇ ਉਹਦਾ ਆਉਣ ਦਾ ਕਾਰਨ ਇਹ ਸੀਗਾ ਵੀ ਆਪਣੇ ਸਬਸਕ੍ਰਾਈਬਰ ਵੱਲੋਂ ਪੁੱਛਿਆ ਗਿਆ ਸੀਗਾ ਵੀ ਪ੍ਰਾਈਵੇਟ ਕਾਲਜ ਦੇ ਉੱਪਰ ਕੋਈ ਵੀਡੀਓ ਬਣਾਓ ਤੇ ਉੱਥੇ ਦੇ ਬਾਰੇ ਦੱਸੋ ਵੀ ਹਾਂ ਵੀ ਆਪਾਂ ਇੱਥੇ ਪਾਰਟ ਟਾਈਮ ਜੋਬ ਕਰਕੇ ਆਪਣੀ ਫੀਸ ਕੱਢ ਸਕਦੇ ਹਾਂ ਕਿ ਨਹੀਂ ਕੱਢ ਸਕਦੇ ਹਾਂ। ਤੇ ਇਹ ਸਾਰੀ ਵੀਡੀਓ ਉਸ ਰਿਲੇਟਡ ਅੱਜ ਆਪਾਂ ਮਿਲਾਂਗੇ ਅਨੁਰਾਗ ਤੇ ਮਨਜੀਤ ਨੂੰ, ਜਿਹੜੇ ਮੇਰੇ ਨਾਲ ਕੰਮ ਕਰਦੇ ਨੇ। ਉਹ ਸਟੂਡੈਂਟ ਹੈਗੇ ਨੇ ਇੱਥੇ ਤੇ ਮੇਰੇ ਨਾਲ ਪਾਰਟ ਟਾਈਮ ਜੋਬ ਕਰਦੇ। ਆਪਾਂ ਚੱਲਦੇ ਹਾਂ ਹੁਣ ਆਪਾਂ ਅਨੁਰਾਗ ਤੇ ਮਨਜੀਤ ਕੋ, ਤੇ ਮੇ ਬੀ ਆਪਾਂ ਉਹਨਾਂ ਦੇ ਕਾਲਜ ਵੀ ਵਿਜ਼ਿਟ ਕਰਾਂਗੇ। ਉੱਥੇ ਜਾ ਕੇ ਤੁਹਾਨੂੰ ਕਾਲਜ ਵੀ ਥੋੜ੍ਹਾ ਦਿਖਾਊਂਗਾ ਜਾ ਕੇ। ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ। ਤੇ ਹੁਣ ਮੈਂ ਪਹੁੰਚ ਚੁੱਕਿਆ ਇੱਥੇ ਨਾ ਆਪਣੇ ਮਿੱਤਰਾਂ ਕੋਲ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ ਐਜ਼ ਏ ਸਟੂਡੈਂਟ। ਤੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਾਉਣਾ ਹੈ ਮਨਜੀਤ ਦੇ ਨਾਲ। ਇਹ ਹੈਗਾ ਮਨਜੀਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਇੱਧਰ ਹੈਗਾ ਅਨੁਰਾਗ ਬੈਠਾ। ਤੁਸੀਂ ਅਨੁਰਾਗ ਜੀ ਸਾਰਿਆਂ ਨੂੰ। ਹਾਂਜੀ। ਤੇ ਅਨੁਰਾਗ ਨੂੰ ਤੁਸੀਂ ਪਹਿਲਾਂ ਵੀ ਵੀਡੀਓ ਵਿੱਚ ਮਿਲ ਚੁੱਕੇ ਹੋ ਜਦੋਂ ਅਸੀਂ ਰੈਸਟੋਰੈਂਟ ਵਿੱਚ ਗਏ ਸੀ ਖਾਣ। ਇੱਕ ਮਸ਼ਹੂਰ ਟਿਕਟੋਕਰ ਸੀਗਾ ਇੱਥੇ ਦਾ, ਉਹਦੇ ਇੱਕ ਰੈਸਟੋਰੈਂਟ ਵਿੱਚ ਗਏ ਸੀ, ਤੁਸੀਂ ਦੇਖ ਚੁੱਕੇ ਹੋ ਆਲਰੇਡੀ ਅਨੁਰਾਗ ਨੂੰ। ਤੇ ਆਪਾਂ ਅੱਜ ਆਪਣੇ ਮਿੱਤਰਾਂ ਦੇ ਨਾਲ ਗੱਲ ਕਰਾਂਗੇ ਸਟੂਡੈਂਟ ਵੀਜ਼ੇ ਬਾਰੇ। ਇੱਥੇ ਜਰਮਨੀ ਵਿੱਚ ਤੁਹਾਨੂੰ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਆ। ਇੱਥੇ ਅਰਨਿੰਗ ਬਾਰੇ ਗੱਲ ਕਰਾਂਗੇ, ਆਪਾਂ ਸਾਰੀ ਗੱਲਾਂ ਕਰਾਂਗੇ। ਪਹਿਲਾਂ ਆਪਾਂ ਸਟਾਰਟ ਕਰਾਂਗੇ ਵੀ ਹਾਂ ਵੀ ਇੱਥੇ ਕਿਉਂ ਆਉਣਾ ਆ। ਸਟੈਪ ਬਾਏ ਸਟੈਪ ਆਪਾਂ ਹਰ ਇੱਕ ਮੁੱਦੇ 'ਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਣੇ ਦੋਸਤਾਂ ਨੂੰ ਮੈਂ ਪੁੱਛ ਲੈਂਦਾ ਆ ਵੀ ਹਾਂ ਵੀ ਬਾਹਰ ਕਿਉਂ ਆਉਣਾ। ਸਾਨੂੰ ਬਾਹਰ ਇਸ ਕਰਕੇ ਆਉਣਾ ਚਾਹੀਦਾ, ਲਾਈਕ ਸਾਡੀ ਸਟੱਡੀਜ਼ ਆ ਜਿਹੜੀ ਆ ਉੱਥੇ ਇੰਡੀਆ ਦੇ ਵਿੱਚ ਜ਼ਿਆਦਾ ਉਹ ਥਿਊਰੀ ਵੱਲ ਧਿਆਨ ਦਿੰਦੇ ਆ। ਇੱਥੇ ਇੰਕਲੂਡਿੰਗ ਪ੍ਰੈਕਟੀਕਲ ਵੀ ਹੁੰਦਾ, ਥਿਊਰੀ ਵੀ ਹੁੰਦੀ ਆ, ਬਹੁਤ ਦਾ ਪੁਆਇੰਟਸ ਦੇ ਨਾਲ ਚੱਲਦੇ ਆ। ਉਸ ਤੋਂ ਬਾਅਦ ਜੇ ਆਪਾਂ ਇੱਥੇ ਦੀ ਇੰਟਰਨੈਸ਼ਨਲ ਸਟੱਡੀਜ਼ ਹੋਊਗੀ ਉਹ ਸਾਡੇ ਫਿਊਚਰ ਲਈ ਬਰਾਈਟ ਹੋਊਗੀ। ਠੀਕ ਆ, ਉਹ ਸਾਡੇ ਫਿਊਚਰ ਨੂੰ ਇੱਕ ਬਰਾਈਟ ਕਰਦਾ। ਸਾਨੂੰ ਬਹੁਤ ਜ਼ਿਆਦਾ ਲਾਈਕ ਰਸਤੇ ਮਿਲ ਜਾਂਦੇ ਆ ਸਕਸੈਸ, ਇੱਕ ਆਪਣੀ ਫਿਊਚਰ ਦੇ ਵਿੱਚ ਸਕਸੈਸ ਪਾਉਣ ਨੂੰ। ਉਸ ਤੋਂ ਬਾਅਦ ਲਾਈਕ ਇੰਡੀਆ ਦੇ ਵਿੱਚ ਅਗਰ ਅੱਜ ਕੱਲ੍ਹ ਆਪਾਂ ਡਿਗਰੀ ਵੀ ਕਰ ਲੈਂਦੇ ਹਾਂ, ਲਾਈਕ ਮਾਸਟਰਸ ਕਰ ਲਓ, ਤੁਸੀਂ ਬੈਚਲਰਸ ਕਰ ਲਓ, ਡਬਲ ਮਾਸਟਰਸ ਕਰ ਲਓ, ਇੰਨੀਆਂ ਲਾਈਕ ਜੋਬਸ ਦੀ ਸਾਨੂੰ ਲਾਈਕ ਓਪਰਚੁਨਿਟੀਜ਼ ਨਹੀਂ ਹੈਗੀਆਂ। ਇਸ ਕਰਕੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਬਾਹਰ ਜਾ ਕੇ ਆਪਾਂ ਇੱਕ ਫਿਊਚਰ ਬਰਾਈਟ ਕਰੀਏ। ਇੱਕ ਸਾਡੀ ਇਨਕਮ ਆਫ ਸੋਰਸ ਵੀ ਸਾਡੀ ਵਧੀਆ ਹੋ ਜਾਂਦੀ ਆ। ਮੇਰੇ ਖਿਆਲ 'ਚ ਅਨੁਰਾਗ ਨੇ ਮੈਨੂੰ ਦੱਸਿਆ ਸੀਗਾ ਪਹਿਲਾਂ ਵੀ ਹਾਂ ਵੀ ਇਹਨੇ ਵੀ ਉੱਥੇ ਡਿਗਰੀ ਕੀਤੀ ਸੀਗੀ ਇੰਡੀਆ ਦੇ ਵਿੱਚ। ਜਿੱਦਾਂ ਮਨਜੀਤ ਨੇ ਹੁਣੇ ਕਿਹਾ ਕਿ ਡਿਗਰੀ ਦੇ ਨਾਲ ਸਕੋਪ ਨਹੀਂ ਹੈਗਾ। ਮੈਂ ਇੰਡੀਆ 'ਚ ਮਕੈਨੀਕਲ ਡਿਗਰੀ ਕੀਤੀ ਹੋਈ ਸੀਗੀ, ਬਟ ਡਿਗਰੀ ਕਰਨ ਦੇ ਬਾਅਦ ਵੀ ਇੰਨਾ ਮੈਨੂੰ ਉਹ ਜੋਬਸ ਦਾ ਆਫਰ ਨਹੀਂ ਹੋਇਆ ਸੀਗਾ। ਤਾਂ ਕਰਕੇ ਮੈਂ ਸੋਚਿਆ ਕਿ ਚਲੋ ਬਾਹਰ ਜਾਣਾ ਹੀ ਬੈਟਰ ਹੈ ਫॉर ਬੈਸਟ ਓਪਰਚੁਨਿਟੀਜ਼ ਫॉर ਮੀ। ਸੋ ਦੈਟਸ ਵਾਈ ਕਮ ਹੇਅਰ ਟੂ ਬਰਲਿਨ। ਤੇ ਬਾਕੀ ਹੁਣ ਆਪਾਂ ਗੱਲ ਕਰਾਂਗੇ ਜਰਮਨ ਵਿੱਚ ਕਿਉਂ ਆਉਣਾ, ਵੀ ਕੋਈ ਹੋਰ ਕੰਟਰੀ 'ਚ ਨਹੀਂ ਜਾ ਸਕਦੇ ਆਪਾਂ, ਮਤਲਬ ਲਾਈਕ ਕੈਨੇਡਾ ਜਾਂ ਆਸਟ੍ਰੇਲੀਆ, ਜਰਮਨੀ 'ਚ ਫਾਇਦਾ ਕੋਈ ਆ ਗਿਆ? ਲਾਈਕ ਫਾਇਦਾ ਉਹਨਾਂ ਕੰਟਰੀਆਂ 'ਚ ਵੀ ਹੈਗਾ ਪਰ ਫਾਇਦਾ ਇੱਥੇ ਵੀ ਹੈਗਾ ਤੁਹਾਨੂੰ, ਕਿਉਂਕਿ ਲਾਈਕ ਜੇ ਆਪਾਂ ਦੇਖਿਆ ਜਾਏ ਤੇ ਉਹਨਾਂ ਕੰਟਰੀਆਂ ਨਾਲੋਂ ਆਹ ਕੰਟਰੀ ਸਸਤੀ ਆ ਥੋੜ੍ਹੀ। ਨਾਲ ਜਿਹੜਾ ਤੁਹਾਡਾ ਲਿਵਿੰਗ ਸਟਾਈਲ ਆ ਜਾਂ ਤੁਹਾਡਾ ਜਿੰਨਾ ਵੀ ਐਕਸਪੈਂਸਿਵ ਜੋ ਖਾਣ ਪੀਣ ਦਾ ਹੁੰਦਾ ਉਹ ਥੋੜ੍ਹਾ ਸਸਤਾ ਪੈ ਜਾਂਦਾ। ਇੱਕ ਰੈਂਟ 'ਚ ਥੋੜ੍ਹਾ ਜਿਹਾ, ਕਿਉਂਕਿ ਬਰਲਿਨ ਮੇਨ ਸਿਟੀ ਆ, ਲਾਈਕ ਇੱਥੋਂ ਦੀ ਲਾਈਕ ਜਿੱਦਾਂ ਆਪਾਂ ਕਹਿ ਦਈਦਾ ਰਾਜਧਾਨੀ ਲਾ ਲਓ ਤੁਸੀਂ, ਕੈਪੀਟਲ ਸਿਟੀ ਆ ਹੈ ਨਾ। ਤੇ ਕੈਪੀਟਲ ਸਿਟੀ ਆ, ਇਸ ਕਰਕੇ ਇਹ ਥੋੜ੍ਹੀ ਮਹਿੰਗੀ ਪੈਂਦੀ ਹੈ। ਜਿਹੜੀ ਨੀਅਰ ਬਾਏ ਥੋੜ੍ਹੀਆਂ ਲਾਈਕ ਸਿਟੀਜ਼ ਹੈਗੀਆਂ, ਮਿਊਨਿਕ ਹੈਗੀ, ਫਰੈਂਕਫਰਟ ਹੈਗੀ, ਹੈਮਬਰਗ ਹੈਗੀਆਂ, ਇਹ ਥੋੜ੍ਹੀ ਬਰਲਿਨ ਨਾਲੋਂ ਸਸਤੀਆਂ ਹੈਗੀਆਂ। ਤੇ ਇਸ ਕਰਕੇ ਆਪਾਂ ਜਰਮਨ 'ਚ ਜ਼ਿਆਦਾ ਲਾਈਕ ਚੁਣੀਦਾ, ਕਿਉਂਕਿ ਇੱਥੋਂ ਦੇ ਜਿਹੜਾ ਇੱਕ ਲਾਈਕ ਓਡੀ ਹੋ ਗਈ, ਓਡੀ ਬ੍ਰੈਂਡ ਹੋ ਗਿਆ, ਮਰਸੀਡੀਜ਼ ਹੋ ਗਈ, ਜੋ ਵੀ BMW ਹੋ ਗਈ, ਸਾਰੀਆਂ ਟੌਪ ਦੀਆਂ ਲਾਈਕ ਕੰਪਨੀਆਂ ਜਿਹੜੀਆਂ ਵੀ ਹੈਗੀਆਂ ਉਹ ਜਰਮਨ ਦੀ ਹੈਗੀਆਂ। ਸੋ ਦੈਟਸ ਵਾਈ ਆਪਾਂ ਆਹ ਚੂਜ਼ ਕੀਤਾ। ਲਾਈਕ ਜਰਮਨੀ ਟੈਕਨੋਲੋਜੀ ਵਿਚ ਇਜ਼ ਨੰਬਰ 1, ਸੋ ਦੈਟਸ ਵਾਈ ਵੀ ਜਸਟ ਬੋਥ ਡਿਸਾਈਡਡ ਟੂ ਕੇਮ ਟੂ ਦਾ ਬਰਲਿਨ। ਤੇ ਬਾਕੀ ਆਪਾਂ ਗੱਲ ਕਰਦੇ, ਕਈਆਂ ਨੇ ਪੁੱਛਿਆ ਹਾਂ ਵੀ ਆਪਾਂ ਨੂੰ ਕਿਹੜੇ ਸ਼ਹਿਰ ਵਿੱਚ ਜਾਣਾ ਚਾਹੀਦਾ, ਕਿਹੜੇ ਸ਼ਹਿਰ ਵਿੱਚ ਜਾ ਕੇ ਸਟੱਡੀ ਕਰਨੀ ਚਾਹੀਦੀ ਆ, ਕਿਹੜਾ ਸ਼ਹਿਰ ਬੈਟਰ ਹੈਗਾ ਜਰਮਨ ਦੇ ਵਿੱਚ ਜਿੱਥੇ ਜਾ ਕੇ ਆਪਾਂ ਸਟੱਡੀ ਕਰ ਸਕਦੇ ਹਾਂ, ਉਹਦੇ ਬਾਰੇ ਕੁਝ ਤੁਹਾਨੂੰ ਪਤਾ ਹੋਵੇ? ਲਾਈਕ ਤੁਸੀਂ ਜਰਮਨੀ 'ਚ ਤਿੰਨ ਮੇਨ ਸਿਟੀ ਹੈਗੀ ਜਿੱਥੇ ਤੁਸੀਂ ਸਟੱਡੀ ਕਰ ਸਕਦੇ ਹੋ, ਫਰੈਂਕਫਰਟ, ਮਿਊਨਿਕ ਤੇ ਬਰਲਿਨ। ਲਾਈਕ ਇਹਨਾਂ ਤਿੰਨੋਂ ਸਿਟੀਆਂ ਵਿੱਚ ਜ਼ਿਆਦਾਤਰ ਇੰਗਲਿਸ਼ ਬੋਲੀ ਜਾਂਦੀ ਹੈ। ਸੋ ਇੰਟਰਨੈਸ਼ਨਲ ਸਟੂਡੈਂਟ ਨੂੰ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ। ਲਾਈਕ ਸਟੁਟਗਾਰਟ ਹੋ ਗਿਆ ਜਾਂ ਹੋਰ ਕੋਈ ਸਿਟੀ ਹੋ ਗਈ, ਉੱਥੇ ਤੁਸੀਂ ਜਾਓਗੇ ਉੱਥੇ ਜ਼ਿਆਦਾਤਰ ਜਰਮਨ ਨੂੰ ਪ੍ਰੈਫਰ ਕਰਦੇ ਆ।
ਜੈਸੇ ਬਰਲਿਨ ਤੇ ਮਿਊਨਿਕ ਇਜ਼ ਬੈਸਟ ਆਪਸ਼ਨ ਫॉर ਐਵਰੀ ਸਟੂਡੈਂਟ। ਵਧੀਆ, ਕਿਉਂਕਿ ਜੇ ਆਪਾਂ ਜਰਮਨ ਆਪਣੀ ਹੱਥ ਟੈਟ ਹੈਗੇ ਨੇ, ਕਿਉਂ ਆਪਣਾ ਸ਼ੁਰੂ ਤੋਂ ਤਾਂ ਕੋਈ ਬਣਿਆ ਨਹੀਂ ਹੁੰਦਾ ਬੇਸ ਜਰਮਨ ਦੇ ਵਿੱਚ। ਹਾਂ ਵੀ ਆਪਾਂ ਨੂੰ ਬਹੁਤ ਵਧੀਆ ਜਰਮਨ ਆਉਂਦੀ ਆ। ਤੇ ਆਹ ਤਿੰਨ ਚਾਰ ਸ਼ਹਿਰ ਹੈਗੇ ਨੇ ਜਿਹੜੇ ਫਰੈਂਕਫੁਰਟ, ਤਾਂ ਹੈਮਬੁਰਗ, ਮਿਊਨਿਕ, ਇਹ ਵਧੀਆ ਇੱਥੇ ਇੰਗਲਿਸ਼ ਚੱਲ ਪੈਂਦੀ ਆ ਤੇ ਤੁਹਾਨੂੰ ਕੰਮ ਲੱਭਣ 'ਚ ਵੀ ਆਸਾਨੀ ਹੁੰਦੀ ਆ, ਵੀ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਆ। ਕਿ ਬਾਕੀ ਜਿਹੜੇ ਹੋਰ ਛੋਟੇ ਸ਼ਹਿਰ ਨੇ ਉੱਥੇ ਜਰਮਨ ਮੰਗਦੇ ਨੇ, ਜੇ ਤੁਸੀਂ ਕੰਮ ਵੀ ਕਰਨਾ ਆ ਤੁਹਾਨੂੰ ਜਰਮਨ ਆ ਜਾਊਗੀ ਤਾਂ ਤੁਹਾਨੂੰ ਕੰਮ ਤੇ ਰੱਖਣਾ, ਨਹੀਂ ਤਾਂ ਕੋਈ ਚਾਂਸ ਨਹੀਂ ਹੈਗਾ। ਮੇਰੇ ਹਿਸਾਬ ਦੇ ਨਾਲ ਬਹੁਤ ਮੁਸ਼ਕਿਲ ਹੈਗਾ ਆ। ਤੇ ਬੈਟਰ ਆ ਵੀ ਆ 3-4 ਸਿਟੀਆਂ ਜਿੱਥੇ ਤੁਸੀਂ ਆਪਣਾ ਵੀਜ਼ਾ, ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ, ਆ ਕੇ ਸਟੱਡੀ ਕਰ ਸਕਦੇ ਹੋ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਹਾਂ ਵੀ ਉੱਥੋਂ ਵੀਜ਼ਾ ਪ੍ਰੋਸੈਸ ਦਾ ਕੀ ਹੈਗਾ ਆ ਇੰਡੀਆ ਤੋਂ। ਹਾਂ ਵੀ ਜੇ ਆਪਾਂ ਵੀਜ਼ਾ ਅਪਲਾਈ ਕਰਦੇ ਹਾਂ, ਆਪ ਵੀ ਵੀਜ਼ਾ ਅਪਲਾਈ ਕਰ ਸਕਦੇ ਹਾਂ ਕਿ ਏਜੰਟ ਥਰੂ ਕਰਨਾ ਪੈਂਦਾ, ਉਹਦਾ ਕੀ ਹਿਸਾਬ ਕਿਤਾਬ ਆ? ਲਾਈਕ ਆਪਾਂ ਆਪ ਵੀ ਵੀਜ਼ਾ ਅਪਲਾਈ ਕਰ ਸਕਦੇ ਹਾਂ ਇਹਨਾਂ ਦੀ ਸਾਈਟ ਤੇ ਜਾ ਕੇ। ਲਾਈਕ ਆਪਾਂ ਏਜੰਟ ਤੋਂ ਵੀ ਜਾ ਸਕਦੇ ਹਾਂ। ਲਾਈਕ ਮੈਂ ਏਜੰਟ ਤੋਂ ਅਪਲਾਈ ਕੀਤਾ ਸੀ। ਲਾਈਕ ਮੈਂ ਜਦੋਂ ਏਜੰਟ ਨੂੰ ਮਿਲਿਆ ਸੀ, ਉਹਨੇ ਮੈਨੂੰ ਕਿਹਾ ਸੀ ਕਿ ਹਾਂ ਵੀਜ਼ਾ ਲੱਗ ਜਾਊਗਾ ਤੇਰਾ, ਵਿਦ ਆਇਲਸ ਵੀ ਲੱਗ ਜਾਊਗਾ, ਵਿਦਆਊਟ ਆਇਲਸ ਵੀ ਲੱਗ ਜਾਊਗਾ। ਉਹਦੇ ਵਿੱਚ ਦੋ ਹੁੰਦੇ ਆ। ਅਗਰ ਤੁਸੀਂ ਵਿਦਆਊਟ ਆਇਲਸ ਆਉਂਦੇ ਹੋ, ਉਹਦੇ ਵਿੱਚ ਤੁਹਾਨੂੰ ਫਾਊਂਡੇਸ਼ਨ ਡਿਪਲੋਮਾ ਦਿੱਤਾ ਜਾਂਦਾ, ਉਹ 'ਚ ਤੁਹਾਡਾ 1 ਸਾਲ ਹੋਰ ਇਨਕਰੀਜ਼ ਹੋ ਜਾਂਦਾ। ਬੈਚਲਰਸ 3 ਸਾਲ ਦੀ, ਇੱਕ ਫਾਊਂਡੇਸ਼ਨ ਪਾ ਕੇ ਤੁਹਾਡੇ 4 ਸਾਲ ਦਾ ਟੋਟਲ ਹੋ ਜਾਂਦਾ, ਜਿਹਦੇ ਵਿੱਚ ਮੈਂ ਆ। ਠੀਕ ਆ। ਤੇ ਉਹਦੇ ਵਿੱਚ ਕੀ ਹੁੰਦਾ, ਨਾਲੇ ਜੇ ਤਾਂ ਤੁਸੀਂ ਆਇਲਸ ਲਾਉਂਦੇ ਹੋ ਉਹ ਵੈਲ ਐਂਡ ਗੁੱਡ ਆ। ਅਗਰ ਤੁਸੀਂ ਵਿਦਆਊਟ ਆਇਲਸ ਲਾਉਂਦੇ ਹੋ, ਉਹਦੇ ਵਿੱਚ ਪਹਿਲਾਂ ਤੁਹਾਨੂੰ ਇੱਕ ਸਕੂਲ ਦੇ ਵਿੱਚ ਜਾਣਾ ਪਊਗਾ ਜਿੱਥੇ ਤੁਸੀਂ +2 ਕੀਤੀ ਹੋਊਗੀ। ਉਹਦੇ ਤੋਂ ਤੁਹਾਨੂੰ 3 ਸਰਟੀਫਿਕੇਟ ਬਣਾਉਣੇ ਪੈਂਦੇ ਆ। ਇੱਕ ਤੁਹਾਡਾ ਲਾਈਕ ਕ੍ਰਿਕਟਰ ਸਰਟੀਫਿਕੇਟ ਹੁੰਦਾ, ਇੱਕ ਤੁਹਾਡਾ ਜਿੱਥੋਂ ਤੁਸੀਂ ਇੰਗਲਿਸ਼ ਕੀਤੀ ਹੁੰਦੀ ਆ, ਲਾਈਕ ਤੁਸੀਂ ਸਾਰੀ ਸਟੱਡੀਜ਼ ਆਪਣੀ ਇੰਗਲਿਸ਼ ਦੇ ਵਿੱਚ ਕੀਤੀ ਹੋਈ ਆ। ਇੱਕ ਤੁਸੀਂ ਲਾਈਕ ਇੱਕ ਹੋਰ ਸਰਟੀਫਿਕੇਟ ਹੁੰਦਾ, ਉਹ ਮੇਰੇ ਦਿਮਾਗ 'ਚ ਨਹੀਂ ਹੈਗਾ, ਉਹ ਮੈਂ ਫੇਰ ਭਾਜੀ ਨੂੰ ਦੱਸ ਦੂੰਗਾ, ਉਹ ਭਾਜੀ ਮੈਂਸ਼ਨ ਕਰ ਦੇਣਗੇ। 3 ਸਰਟੀਫਿਕੇਟ ਹੁੰਦੇ ਆ, ਉਹ ਆਪਾਂ ਲੈ ਕੇ ਫਿਰ ਆਪਾਂ ਏਜੰਟ ਨੂੰ ਉਹ ਸਬਮਿਟ ਕਰਵਾਈਦੇ ਆ। ਉਸ ਤੋਂ ਬਾਅਦ ਆਪਾਂ ਲਾਈਕ ਕਾਲਜ ਦਾ ਅਪਲਾਈ ਕਰੀਦਾ, ਕਾਲਜ ਦੀ ਇੰਟਰਵਿਊਜ਼ ਹੁੰਦੀਆਂ। ਲਾਈਕ ਕਾਲਜ ਦੀ ਇੰਟਰਵਿਊ ਅਗਰ ਤੁਹਾਡੀ ਕਲੀਅਰ ਹੋ ਜਾਂਦੀ, ਉਸ ਤੋਂ ਬਾਅਦ ਤੁਹਾਨੂੰ ਅਨਕੰਡੀਸ਼ਨਲ ਲੈਟਰ ਆ ਜਾਂਦਾ। ਅਨਕੰਡੀਸ਼ਨਲ ਲੈਟਰ ਤੋਂ ਬਾਅਦ ਤੁਸੀਂ ਆਪਣਾ ਇੱਕ ਫੀਸ ਦਾ ਉਹਨਾਂ ਨੇ ਮੋਡਿਊਲ ਭੇਜ ਦੇਣਾ, ਤੁਸੀਂ ਫੀਸ ਦੇਣੀ ਪੈਂਦੀ ਆ। ਲਾਈਕ ਮੈਂ ਇੱਕ ਕਾਲਜ ਦਾ ਹੁੰਦਾ ਕਿ ਤੁਸੀਂ 2000 ਯੂਰੋ ਤੁਸੀਂ ਸਾਡੇ ਅਕਾਊਂਟ ਦੇ ਵਿੱਚ ਪਾ ਦਿਓ। ਜਿਸ ਲਈ ਉਹ ਦੇ ਦਿੰਦੇ ਆਪਾਂ, ਸਾਨੂੰ ਇੱਕ ਅਨਕੰਡੀਸ਼ਨਲ ਦਿੱਤਾ ਜਾਂਦਾ। ਉਸ ਤੋਂ ਬਾਅਦ ਸਾਨੂੰ ਸਾਰੇ ਪੇਪਰ ਡਾਕੂਮੈਂਟਸ ਦਿੱਤੇ ਜਾਂਦੇ ਆ ਕਾਲਜ ਦੇ। ਉਸ ਤੋਂ ਬਾਅਦ ਇੱਕ ਸਾਡਾ ਬਲੌਗ ਅਕਾਊਂਟ ਖੋਲ੍ਹਦਾ, ਉਹ ਖੋਲ੍ਹਦਾ ਕੋਟਕ ਮਹਿੰਦਰਾ ਬੈਂਕ 'ਚ। ਕੋਟਕ ਮਹਿੰਦਰਾ ਬੈਂਕ 'ਚ ਖੋਲ੍ਹਦਾ, ਬਟ ਮੈਨੂੰ ਪਤਾ ਨਹੀਂ, ਇੰਡੀਆ ਤੋਂ ਖੁਲਾਉਣਾ ਪੈਂਦਾ। ਹਾਂਜੀ, ਉਹ ਇੰਡੀਆ ਤੋਂ ਖੁਲਾਉਣਾ ਪੈਂਦਾ। ਉਹ ਮੈਨੂੰ ਨੌਲੇਜ ਨਹੀਂ ਸੀ ਇੰਡੀਆ ਦੇ ਵਿੱਚ, ਬਟ ਮੈਨੂੰ ਜਿੱਥੋਂ ਤੱਕ ਮੈਂ ਆਪਣੇ ਫਰੈਂਡ ਸਰਕਲ 'ਚ ਮਿਲਿਆ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਜਿਹੜਾ ਇੱਕ ਬਲੌਕ ਅਕਾਊਂਟ ਆ ਉਹ ਸਿੱਧਾ ਤੁਹਾਡਾ ਡੋਇਚ ਬੈਂਕ 'ਚ ਖੋਲ੍ਹ ਜਾਂਦਾ, ਜਿਹੜਾ ਕਿ ਜਰਮਨ ਦਾ ਬੈਂਕ ਆ। ਉਹ ਲੁਧਿਆਣੇ ਦੇ ਵਿੱਚ ਉਹਨਾਂ ਦੀ ਬ੍ਰਾਂਚ ਆ। ਤੁਸੀਂ ਉੱਥੇ ਜਾ ਕੇ ਤੁਹਾਡਾ 15 ਦਿਨਾਂ 'ਚ ਅਕਾਊਂਟ ਖੋਲ੍ਹ ਜੂਗਾ। ਉਹ ਸਿੱਧਾ ਦੇ ਸਿੱਧਾ ਪੈਸੇ ਤੁਹਾਡੇ ਇੱਥੇ ਟ੍ਰਾਂਸਫਰ ਹੋ ਜਾਣਗੇ। ਕੋਟਕ ਮਹਿੰਦਰਾ 'ਚ ਅਗਰ ਤੁਸੀਂ ਖਿਲਾਉਂਦੇ ਹੋ, ਇੱਥੇ ਆ ਕੇ ਸਾਨੂੰ ਮਹੀਨਾ 1.5 ਮਹੀਨਾ ਡੀਕਣਾ ਪੈਂਦਾ। ਅਗਰ ਤੁਸੀਂ ਉੱਥੇ ਖਿਲਾਉਂਦੇ ਹੋ, ਇੱਥੇ ਆ ਕੇ ਸਾਨੂੰ ਇੱਕ ਲੈਟਰ ਪਾਉਣੀ ਪੈਂਦੀ ਆ। ਉਹ ਲੈਟਰ ਪਾ ਕੇ ਆਪਾਂ ਡੋਇਚ ਬੈਂਕ ਨੂੰ ਲੈਟਰ ਪਾ ਕੇ 5 ਤੋਂ 10 ਦਿਨ ਦੇ ਵਿੱਚ ਤੁਹਾਡਾ ਪ੍ਰੋਸੈਸ ਕੰਪਲੀਟ ਹੋ ਜਾਂਦਾ। ਠੀਕ ਆ। ਉਸ ਤੋਂ ਬਾਅਦ ਜਿੱਲੇ ਤੁਹਾਡੇ ਸਾਰੇ ਡਾਕੂਮੈਂਟ ਇਕੱਠੇ ਹੋ ਜਾਂਦੇ ਆ, ਤੁਸੀਂ ਅੰਬੈਸੀ ਜਾਣਾ। ਅੰਬੈਸੀ ਜਾ ਕੇ ਉਹ ਡਾਕੂਮੈਂਟ ਤੁਸੀਂ ਆਪਣੇ ਜਮ੍ਹਾਂ ਕਰਾ ਦਿੰਦੇ ਆ। ਉੱਥੇ ਸਾਡੀ ਨੀਅਰ ਬਾਈ 7 to 7,000 ਲਾਈਕ 500 ਸਾਡੀ ਫੀਸ ਲੱਗਦੀ ਆ ਅੰਬੈਸੀ ਦੀ। ਉਸ ਤੋਂ ਬਾਅਦ ਆਪਾਂ ਕਰਾ ਕੇ ਡਾਕੂਮੈਂਟ ਜਮ੍ਹਾਂ, ਉੱਥੇ ਇੱਕ ਤੁਹਾਡਾ ਪੇਪਰ ਹੁੰਦਾ, ਉੱਥੇ 10 ਕੁਐਸਚਨਸ ਹੁੰਦੇ ਆ। ਉਹ 10 ਕੁਐਸਚਨਸ ਆਪਾਂ ਲਾਈਕ ਨੋਰਮਲ ਕੁਐਸਚਨਸ ਹੁੰਦੇ ਆ, ਉਹਦਾ ਐਡਾ ਕੁਛ ਨਹੀਂ ਹੁੰਦਾ। ਲੋਕੀ ਕਈ ਸੋਚਦੇ ਇੰਟਰਵਿਊ ਪਤਾ ਨਹੀਂ ਕੀ ਹੋ ਜਾਊਗਾ, ਐਡਾ ਕੁਛ ਨਹੀਂ ਹੁੰਦਾ। ਤੇ ਲਾਈਕ ਨੋਰਮਲ ਕੁਐਸਚਨਸ ਹੁੰਦੇ ਆ, ਉਹ ਤੁਸੀਂ ਕਰ ਸਕਦੇ ਹੋ। ਇੱਕ ਬਸ ਤੁਹਾਡੀ ਪ੍ਰੈਕਟਿਸ ਆ, ਤੁਸੀਂ ਇੱਕ ਜਾਂ 2 ਵਾਰ ਪ੍ਰੈਕਟਿਸ ਕਰ ਲਿਓ, ਤੁਸੀਂ ਕਲੀਅਰ ਕਰ ਜਾਓਗੇ। ਕੀ ਪੁੱਛਦੇ ਹੁੰਦੇ ਉਹਨਾਂ 'ਚ ਪਹਿਲਾਂ ਉਹਨਾਂ ਦੇ ਕੁਐਸਚਨਾਂ 'ਚ ਹੁੰਦਾ ਪਹਿਲਾਂ ਕਿ ਲਾਈਕ ਤੁਸੀਂ ਸਟੱਡੀਜ਼ ਕਿੱਥੋਂ ਕੀਤੀ ਹੋਈਆਂ, ਆਪਣੀਆਂ ਪ੍ਰੀਵੀਅਸ ਸਟੱਡੀਜ਼ ਕਿੱਥੋਂ ਆ, ਤੁਸੀਂ ਕਿਹੜਾ ਕੋਰਸ ਲਿਆ, ਤੁਸੀਂ ਕੋਰਸ ਕਿਉਂ ਲਿਆ, ਲਾਈਕ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ ਉੱਥੇ ਬਾਹਰ, ਤੁਸੀਂ ਇਹੀ ਕੰਟਰੀ ਜਰਮਨੀ ਕਿਉਂ ਚੂਜ਼ ਕੀਤੀ। ਉਸ ਤੋਂ ਬਾਅਦ ਲਾਈਕ ਕੋਈ ਵੀ ਨੋਵਲ ਲਾਈਕ ਤੁਸੀਂ ਪੜ੍ਹਿਆ ਹੋਏ, ਉਹ ਨੋਵਲ ਦਾ ਨਾਮ ਦੱਸ ਦਿਓ ਤੇ ਲਾਈਕ ਉਹਦੀ ਮਾੜੀ ਮੋਟੀ ਪੋਇਮ ਜੀ ਦੱਸ ਦਿਓ। ਇਹਦਾ ਨਾਰਮਲ ਜਿਹੇ ਕੁਐਸਚਨ ਹੈਗੇ ਨੇ, ਬੱਚਾ ਮੈਨੂੰ ਲੱਗਦਾ 5ਵੀਂ ਵਾਲਾ ਵੀ ਦੱਸ ਦੂਗਾ ਹਾਂ ਵੀ ਮੈਂ ਕਿੱਥੇ ਜਾਣਾ, ਕਿਉਂ ਜਾਣਾ। ਜੇ ਤੁਹਾਨੂੰ ਪਤਾ ਵੀ ਮੈਂ ਜਰਮਨ ਜਾਣਾ, ਸਟੱਡੀ ਕਰਨ ਜਾਣਾ ਜਾਂ ਤੇ ਉੱਥੇ ਕੀ ਕਰਨਾ ਕੀ ਨਹੀਂ ਕਰਨਾ, ਤੁਹਾਡਾ ਕੋਈ ਨੋਵਲ ਕੋਈ ਫੇਵਰਟ ਤੁਸੀਂ ਪੜ੍ਹਿਆ ਹੋਵੇ ਉਹਦੇ ਬਾਰੇ ਦੱਸ ਦੇਣਾ। ਆਹ ਨਾਰਮਲ ਜੀ ਗੱਲਾਂ ਹਰ ਕੋਈ ਦੱਸ ਸਕਦਾ, ਮੇਰੇ ਹਿਸਾਬ ਨਾਲ ਕੋਈ ਮੁਸ਼ਕਿਲ ਨਹੀਂ ਹੈਗਾ ਉਹਦੇ ਵਿੱਚ। ਬਾਕੀ ਜਿਹੜੇ ਮਨਜੀਤ ਗੱਲ ਕੀਤੀ ਉਹਦੀ ਬੈਂਕ ਦੀ, ਸਿਰਫ ਲੁਧਿਆਣੇ ਦੇ ਵਿੱਚ ਹੀ ਆ ਉਹ ਭਾਈ? ਇੱਕ ਲੁਧਿਆਣੇ ਦੇ ਵਿੱਚ ਆ, ਤੁਸੀਂ ਸਰਚ ਕਰ ਸਕਦੇ ਹੋ ਗੂਗਲ ਤੇ। ਆਈ ਥਿੰਕ ਮੇਰੇ ਨੌਲੇਜ ਕੀ ਨਾਮ ਡੋਇਚ ਬੈਂਕ ਲੁਧਿਆਣੇ ਵਿੱਚ ਹੈਗੀ ਆ। ਹਾਂਜੀ, ਲੁਧਿਆਣੇ ਦੇ ਵਿੱਚ ਹੈਗੀ। ਓਕੇ। ਤੇ ਮੇਰੇ ਪਿਆਰੇ ਜਿਹੜੇ ਵਿਊਅਰਸ ਹੈਗੇ ਦੇਖ ਰਹੇ ਨੇ ਆਪਣੇ ਚੈਨਲ ਨੂੰ, ਉਹਨਾਂ ਨੂੰ ਇਹੀ ਰਿਕੁਐਸਟ ਹੈ ਵੀ ਜਿਹੜਾ
ਤੁਸੀਂ ਅਕਾਊਂਟ ਖੁਲਾਉਣਾ ਆ ਕੋਟਕ ਮਹਿੰਦਰਾ ਬੈਂਕ ਦੀ ਬਜਾਏ ਡੋਚ ਬੈਂਕ ਸਿੱਧਾ ਖੁਲਾ ਸਕਦੇ, ਤੁਹਾਨੂੰ ਇੱਥੇ ਆ ਕੇ ਪ੍ਰੋਬਲਮ ਨਹੀਂ ਆਊਗੀ, ਕੋਈ ਵੇਟਿੰਗ ਨਹੀਂ ਕਰਨੀ ਪਊਗੀ। ਤੇ ਮੇਰੇ ਮਨਜੀਤ ਭਰਾ ਦਾ ਵਧੀਆ ਸੁਝਾਅ ਹੈਗਾ ਵੀ ਉਹ ਲੁਧਿਆਣੇ 'ਚ ਬ੍ਰਾਂਚ ਹੈਗੀ ਆ, ਬਾਕੀ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਸਕਦੇ ਹੋ ਡੋਚ ਬੈਂਕ। ਫਿਰ ਉਸ ਤੋਂ ਬਾਅਦ ਸਾਡਾ ਵੀਜ਼ਾ ਆ ਜਾਂਦਾ, ਮਹੀਨੇ ਦੇ ਵਿੱਚ ਵੀਜ਼ਾ ਆ ਜਾਂਦਾ। ਜਿੱਦਾਂ ਵੀਜ਼ਾ ਆ ਜਾਂਦਾ ਸਾਡਾ, ਵੀਜ਼ੇ ਤੋਂ ਬਾਅਦ ਸਾਨੂੰ ਇੱਕ ਟਾਈਮ ਦਿੱਤਾ ਜਾਂਦਾ ਕਾਲਜ ਵੱਲੋਂ, ਜਿਹੜੀ ਤੁਹਾਡੀ ਰੈਸਟ ਆਫ ਦੀ ਫੀਸ ਬਚਦੀ ਆ ਉਹ ਤੁਹਾਨੂੰ ਜਮ੍ਹਾਂ ਕਰਾਉਣੀ ਪੈਂਦੀ ਆ। ਬਟ ਕਾਲਜ ਇਹ ਨਹੀਂ ਕਹਿੰਦਾ ਤੁਸੀਂ ਸਾਲ ਦੀ ਤਾਰ ਕਰੋ, ਤੁਸੀਂ ਇੱਕ ਸਮੈਸਟਰ ਦੀ ਫੀਸ ਵੀ ਤਾਰ ਸਕਦੇ ਹੋ। ਉਸ ਤੋਂ ਬਾਅਦ ਤੁਹਾਡੀ ਫੀਸ ਤਾਰ ਕੇ ਤੁਹਾਡਾ ਸਭ ਕੁਝ, ਤੁਹਾਡੇ ਡਾਕੂਮੈਂਟਸ ਤੁਸੀਂ ਲੈ ਕੇ ਆਉਣੇ। ਡਾਕੂਮੈਂਟਸ ਪਹਿਲੀ ਗੱਲ, ਤੁਸੀਂ ਡਾਕੂਮੈਂਟ ਸਾਰੇ ਨਾਲ ਲੈ ਕੇ ਆਉਣੇ ਆ ਆਪਣੇ, ਕਿ ਇੱਥੇ ਆ ਕੇ ਤੁਹਾਨੂੰ ਤੰਗੀ ਨਾ ਹੋਵੇ। ਉਸ ਤੋਂ ਬਾਅਦ ਤੁਸੀਂ ਟਿਕਟ ਕਰਾਓ, ਆਪਣੀ ਟਿਕਟ ਕਰਾ ਕੇ ਤੁਸੀਂ ਆਪਣਾ ਜੋ ਵੀ ਹੈਗਾ। ਤੇ ਮਨਜੀਤ ਮੈਂ ਇੱਕ ਹੋਰ ਤੈਨੂੰ ਗੱਲ ਪੁੱਛਣੀ ਹੈ ਵੀ ਜਿਹੜਾ ਵੀਜ਼ਾ ਆਪਣਾ ਅਪਲਾਈ ਕਰਦੇ ਆ ਕਿੰਨੇ ਚਿਰ ਜਾ ਜਾਂਦਾ ਉਹ? ਭਾਜੀ ਉਹ ਵੀਜ਼ਾ ਘੱਟੋ ਘੱਟ ਕਈਆਂ ਦਾ ਮਹੀਨਾ ਵੀ ਲੱਗ ਜਾਂਦਾ, ਕਈਆਂ ਦਾ 15 ਦਿਨ ਲੱਗ ਜਾਂਦੇ, ਕਈਆਂ ਦਾ 1.5 ਮਹੀਨਾ ਲੱਗ ਜਾਂਦਾ। ਇਹ ਅੰਬੈਸੀ ਦੇ ਪ੍ਰੋਸੈਸ ਤੇ ਹੈਗਾ ਭਾਜੀ ਸਾਰਾ, ਡਿਪੈਂਡ ਕਰਦਾ ਵੀ ਕਿੰਨੀ ਕੁ ਫਾਈਲਸ ਉਹਨਾਂ ਕੋਲ ਹੈਗੀ ਵੀਜ਼ਾ ਫਾਈਲ ਉਹਦੇ ਅੰਬੈਸੀ ਦੇ ਪ੍ਰੋਸੈਸ ਤੇ ਹੈਗਾ। ਤੇ ਬਾਕੀ ਦੂਜੀ ਗੱਲ ਹੈ ਵੀ ਬੈਟਰ ਹੈ ਵੀ ਤੁਸੀਂ ਏਜੰਟ ਥਰੂ ਅਪਲਾਈ ਕਰੋ ਆਪਣਾ ਵੀਜ਼ਾ, ਸਟੱਡੀ ਵੀਜ਼ਾ, ਕਿਉਂ ਕਈ ਚੀਜ਼ਾਂ ਦੀ ਜਿੱਦਾਂ ਹੁਣ ਮਨਜੀਤ ਨੂੰ ਦੱਸਿਆ ਨੌਲੇਜ ਨਹੀਂ ਹੁੰਦੀ ਆਪਾਂ ਨੂੰ ਨਾ, ਵੀ ਕਿੱਦਾਂ ਕੀ ਕਰਨਾ ਕੀ ਨਹੀਂ ਕਰਨਾ, ਕੀ ਡਾਕੂਮੈਂਟੇਸ਼ਨ ਚਾਹੀਦੀ ਹੈ ਕਿ ਨਹੀਂ, ਕਈ ਵਾਰ ਆਪ ਨੂੰ ਪਤਾ ਨਹੀਂ ਲੱਗਦਾ ਹੈ ਨਾ। ਤੇ ਏਜੰਟਾਂ ਨੂੰ ਬੈਟਰ ਪਤਾ ਹੁੰਦਾ ਕਿ ਉਹਨਾਂ ਦਾ ਰੋਜ਼ ਦਾ ਕੰਮ ਹੁੰਦਾ, ਬੈਟਰ ਆ ਵੀ ਏਜੰਟ ਥਰੂ ਅਪਲਾਈ ਕੀਤਾ ਜਾਵੇ ਵੀਜ਼ਾ। ਥੋੜਾ ਫੀਸ ਆਪਣੀ ਜ਼ਿਆਦਾ ਲੈਂਦੇ ਨੇ ਏਜੰਟ ਮੇਰੇ ਹਿਸਾਬ ਨਾਲ। ਤੁਸੀਂ ਅਪਲਾਈ ਕੀਤਾ, ਕਿੰਨੇ ਕੁ ਪੈਸੇ ਲੱਗੇ ਤੁਹਾਡੇ? ਮੈਂ ਕੀਤਾ ਸੀ, ਉਹਨਾਂ ਨੇ ਘੱਟੋ ਘੱਟ ਵੀ 40 ਤੋਂ 50 ਹਜ਼ਾਰ ਰੁਪਏ ਉਹਨਾਂ ਨੇ ਆਪਣੀ ਫੀਸ ਲਈ ਸੀ। ਉਹ ਏਜੰਟ ਹੈਗੇ AGIC ਵਾਲੇ ਆ, ਉਹਨਾਂ ਦੀ 3 ਬ੍ਰਾਂਚਾਂ, ਇੱਕ ਅੰਬਾਲੇ ਦੇ ਵਿੱਚ, ਇੱਕ ਜਲੰਧਰ ਦੇ ਵਿੱਚ, ਇੱਕ ਆਪਣੇ ਪਠਾਨਕੋਟ ਦੇ ਵਿੱਚ। ਓਕੇ ਹਾਂਜੀ। ਤੇ ਬਾਕੀ ਜਿਹੜਾ ਆਪਾਂ ਆਈਲੈਸ ਕਰਦੇ ਆ ਤੇ ਆਈਲੈਸ ਤੋਂ ਬਿਨਾਂ ਆਪਾਂ ਇੱਥੇ ਆਉਂਦੇ ਆ, ਉਹਦਾ ਕੋਈ ਹੈਗਾ ਫਰਕ ਕਿੱਦਾਂ? ਮੈਂ ਤੁਹਾਨੂੰ ਦੱਸਿਆ ਭਾਜੀ ਪਹਿਲਾਂ ਵੀ, ਜਿੱਦਾਂ ਆਪਾਂ ਵਿਦਆਊਟ ਜੇ ਆਇਲਸ ਆਉਂਦੇ ਆ, ਪਰ ਸਾਡਾ ਟੈਸਟ ਹਰ ਬੱਚੇ ਦਾ ਹੋਣਾ, ਜਿੱਦਾਂ ਜਿਹੜਾ ਦਾ ਫਾਊਂਡੇਸ਼ਨ ਜਾਣਾ ਉਹਨਾਂ ਦਾ ਵੀ ਹੋਣਾ, ਜਿਹੜਾ ਬੈਚਲਰ ਜਾਣਾ ਉਹਨਾਂ ਦਾ ਵੀ ਹੋਣਾ। ਕਾਲਜ ਵੱਲੋਂ ਟੈਸਟ ਹੁੰਦਾ ਹੈ, ਕਾਲਜ ਹੋਣਾ ਜਿਹਨੇ ਆਇਲਸ ਕੀਤੀ ਹੈ ਚਾਹੇ ਨਾ ਕੀਤੀ, ਉਹ ਤੁਹਾਡਾ ਆਨਲਾਈਨ ਟੈਸਟ ਹੋਣਾ, ਲਾਈਕ ਤੁਹਾਡਾ WhatsApp ਤੇ ਵੀ ਹੋ ਸਕਦਾ। ਪਰ ਜਿੱਦਾਂ ਹੁਣ ਜਿਹਨੇ ਆਇਲਸ ਨਹੀਂ ਕੀਤੀ ਹੋਈ ਹੈ, ਫਾਊਂਡੇਸ਼ਨ ਚਾਹਣਾ, ਉਹਦਾ ਵੀਜ਼ਾ ਈਜ਼ੀਲੀ ਆ ਕਿੱਦਾਂ? ਉਹਦਾ ਵੀ ਵੀਜ਼ਾ ਈਜ਼ੀਲੀ ਆ, ਉਹ ਕਿਉਂਕਿ ਤੁਸੀਂ ਫਾਊਂਡੇਸ਼ਨ ਲੈਣਾ। ਅੰਬੈਸੀ ਨੂੰ ਇਹ ਹੈ ਕਿ ਫਾਊਂਡੇਸ਼ਨ 'ਚ ਜਾ ਰਿਹਾ ਬੰਦਾ, ਤੁਸੀਂ ਅਗਰ ਵਿਦਆਊਟ ਆਇਲਸ ਸਿੱਧਾ ਬੈਚਲਰਸ 'ਚ ਜਾਓਗੇ, ਉਹ ਤੁਹਾਡਾ ਰਿਫਿਊਜ਼ਲ ਦੇ ਚਾਂਸਿਸ ਜ਼ਿਆਦਾ। ਓਕੇ ਠੀਕ ਆ। ਤੇ ਇੱਕ ਗੱਲ ਹੋਰ ਆ ਵੀ ਜਿਹੜੇ ਉੱਥੇ ਕੋਰਸ ਕਰਕੇ ਆਉਂਦੇ, ਜਰਮਨ ਕੋਰਸ ਜਿਹੜੇ ਗਵਰਨਮੈਂਟ ਕਾਲਜ ਦੇ ਵਿੱਚ ਆਉਂਦੇ ਆ, ਉਹਨਾਂ ਦਾ ਕਿੱਦਾਂ ਵੀਜ਼ਾ ਸ਼ੋਰਿਟੀ ਹੁੰਦੀ ਆ ਕਿ ਨਹੀਂ ਹੁੰਦੀ, ਉਹਦਾ ਕੁਝ ਪਤਾ ਹੋਵੇ? ਉਹਨਾਂ ਦੇ ਵੀ ਮੇਰੇ ਹਿਸਾਬ ਨਾਲ ਵੀਜ਼ਾ ਸ਼ੋਰਟੀ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹਨਾਂ ਨੇ ਲੈਂਗੁਏਜ ਕੀਤੀ ਹੁੰਦੀ ਹੈ, ਕਿਉਂਕਿ ਇੱਥੋਂ ਦੀ ਗਵਰਨਮੈਂਟ ਆ ਦੇਖਦੀ ਹੈ ਕਿ ਸਾਡੀ ਲੈਂਗੁਏਜ ਆਉਂਦੀ ਆ। ਜਿਹੜੇ ਸਟੂਡੈਂਟ ਨੂੰ ਪਹਿਲਾਂ ਲੈਂਗੁਏਜ ਆਉਂਦੀ ਹੋਊਗੀ, ਉਹਨਾਂ ਨੂੰ ਪ੍ਰੈਫਰੈਂਸ ਵੀਜ਼ੇ ਦੀ ਪਹਿਲਾਂ ਹੈ। ਐਂਡ ਲਾਈਕ ਉਹਨਾਂ ਦੀ ਫੀਸ ਆਲਮੋਸਟ ਫ੍ਰੀ ਹੁੰਦੀ ਹੈ, ਲਾਈਕ 1 ਈਅਰ ਦੀ ਫੀਸ ਹੋਏਗੀ ਅਰਾਊਂਡ 500 ਯੂਰੋ ਓਨਲੀ। ਲਾਈਕ ਪ੍ਰਾਈਵੇਟ ਯੂਨੀਵਰਸਿਟੀਜ਼ ਹੈਗੀ ਉਹਨਾਂ ਦੀ, ਜਿੱਦਾਂ ਅਸੀਂ ਪੜ੍ਹਦੇ ਦੋਨੋਂ, ਸਾਡੀ ਫੀਸ ਹੈਗੀ ਹੈ 7000 ਯੂਰੋ ਪਰ ਈਅਰ, ਬਟ ਜਿਹੜੇ ਪਬਲਿਕ 'ਚ ਜਾਣਗੇ ਉਹਨਾਂ ਦੀ ਫੀਸ ਹੋਏਗੀ ਅਰਾਊਂਡ 1500 ਯੂਰੋ। ਤੇ ਹੁਣ ਆਪਾਂ ਗੱਲ ਕਰਾਂਗੇ ਵੀ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਆ ਜਰਮਨ ਨੂੰ, ਸਾਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਏਅਰਪੋਰਟ ਤੇ, ਉਹਦੇ ਬਾਰੇ ਪੁੱਛ ਲੈਂਦੇ ਆ ਆਪਣੇ ਭਰਾਵਾਂ ਨੂੰ। ਜੇ ਤੁਸੀਂ ਆਏ ਹੋ, ਤੁਹਾਨੂੰ ਕੋਈ ਦਿੱਕਤ ਹੋਈ ਹੈ ਏਅਰਪੋਰਟ ਤੇ ਵਗੈਰਾ, ਕੁਝ ਤੁਹਾਨੂੰ ਪੁੱਛਿਆ ਗਿਆ, ਕੋਈ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ ਇਮੀਗ੍ਰੇਸ਼ਨ ਵੱਲੋਂ? ਨਹੀਂ। ਕਿਉਂ ਮੇਰਾ ਪਰਸਨਲ ਐਕਸਪੀਰੀਅੰਸ ਰਿਹਾ, ਜਦੋਂ ਮੈਂ ਸਟੱਡੀ ਕਰਨ ਆਇਆ ਸੀਗਾ ਪਹਿਲੀ ਵਾਰੀ ਸਾਈਪ੍ਰਸ ਵਿੱਚ, ਤੇ ਮੈਨੂੰ ਉਹਨਾਂ ਨੇ ਕਈ ਸਵਾਲ ਪੁੱਛੇ, ਹਾਂ ਵੀ ਤੂੰ ਕਿਉਂ ਜਾ ਰਿਹਾ, ਕਾਹਤੇ ਜਾ ਰਿਹਾ ਆ। ਮੇਰੇ ਕੋਲ ਬਕਾਇਦਾ ਵੀਜ਼ਾ ਸੀਗਾ ਵੈਲਿਡ ਮੇਰਾ, ਹੈ ਨਾ, ਤੇ ਮੈਨੂੰ ਇਹ ਵੀ ਕਹਿ ਦਿੱਤਾ ਸੀ ਵੀ ਹਾਂ ਵੀ ਤੇਰਾ ਵੀ ਜਿਹੜਾ ਵੀਜ਼ਾ ਆ ਫੇਕ ਹੈਗਾ ਆ। ਪਰ ਮੈਂ ਉੱਥੋਂ ਹਟਿਆ ਨਹੀਂ, ਮੈਂ ਅੜਿਆ ਰਿਹਾ ਵੀ ਦੁਬਾਰਾ ਮੈਨੂੰ ਲਾਈਨ 'ਚ ਲਾਏ ਗਏ ਘੁਮਾ ਫਿਰਾ ਕੇ। ਪਰ ਐਂਡ ਵਿੱਚ ਜਦੋਂ ਮੇਰੀ ਆਲਰੇਡੀ ਮੇਰੀ ਜਿਹੜੀ ਸੀਗੀ ਬੋਰਡਿੰਗ ਹੋ ਚੁੱਕੀ ਸੀਗੀ, ਬੋਰਡਿੰਗ ਹੋਣ ਦੇ ਨਾਲ ਵੀ ਇਹ ਹੋ ਜਾਂਦਾ ਵੀ ਸ਼ੋਰਟੀ ਵੀ ਤੁਹਾਨੂੰ ਜਿਹੜੇ ਏਅਰਲਾਈਨ ਵਾਲੇ ਆ ਤੁਹਾਨੂੰ ਨਾਲ ਲੈ ਕੇ ਜਾਣ ਕੇ, ਤੁਹਾਨੂੰ ਛੱਡ ਕੇ ਨਹੀਂ ਜਾਂਦੇ, ਬਸ ਤੁਹਾਨੂੰ ਉਲਝਾਉਂਦੇ ਆ, ਥੋੜ੍ਹਾ ਬਹੁਤ ਖਾਣ ਨੂੰ ਭਾਲਦੇ ਇਮੀਗ੍ਰੇਸ਼ਨ ਵਾਲੇ ਇੰਡੀਆ 'ਚ ਆਪਣੇ। ਮੇਰੇ ਨਾਲ ਇਹ ਮੇਰਾ ਪਰਸਨਲ ਐਕਸਪੀਰੀਅੰਸ ਰਿਹਾ, ਬਾਕੀ ਭਰਾਵਾਂ ਨੂੰ ਪੁੱਛ ਲੈਂਦੇ ਆ। ਲਾਈਕ ਭਾਜੀ ਇੰਨੀ ਪ੍ਰੋਬਲਮ ਤੇ ਨਹੀਂ ਹੋਈ ਸੀਗੀ। ਲਾਈਕ ਹਾਂ ਉਹ ਜਰਨਲ ਹੁੰਦੀ ਇਨਫੋਰਮੇਸ਼ਨ, ਲਾਈਕ ਤੁਹਾਡੇ ਡਾਕੂਮੈਂਟਸ ਵਗੈਰਾ ਚੈੱਕ ਕਰਦੇ ਨੇ, ਬਟ ਲਾਈਕ ਇੰਨੀ ਜ਼ਿਆਦਾ ਚੈਕਿੰਗ ਨਹੀਂ ਕਰਦੇ ਹੈਗੇ। ਬਸ ਆਪਣਾ ਜਿਹੜਾ ਵੇਟ ਹੁੰਦਾ ਵਾ ਲਗੇਜ ਦਾ, ਉਹ ਥੋੜਾ ਸੰਭਾਲ ਕੇ ਰੱਖਿਓ, ਜ਼ਿਆਦਾ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ ਇੱਥੇ ਏਅਰਪੋਰਟ ਤੇ। ਤੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਇੱਥੇ ਪਹੁੰਚੇ ਹੋ, ਕੋਈ ਤੁਹਾਨੂੰ ਦਿੱਕਤ ਆਈ ਹੋਵੇ ਇੱਥੇ ਪਹੁੰਚਣ ਤੋਂ ਬਾਅਦ ਏਅਰਪੋਰਟ ਤੇ ਜਰਮਨ ਦੇ ਵਿੱਚ? ਦਿੱਕਤ ਤਾਂ ਕੋਈ ਨਹੀਂ ਹੈਗੀ ਇੱਥੇ, ਬਸ ਤੁਹਾਡਾ ਇੱਕ ਕੋਈ ਨੌਨ 'ਚ ਹੋਣਾ ਜਿਹੜਾ ਚਾਹੀਦਾ, ਜਿਹੜਾ ਤੁਹਾਨੂੰ ਅੱਗੇ ਲੈਣ ਆ ਜੇ, ਕਿਉਂਕਿ ਉਹ ਬੈਟਰ ਆ। ਕਿਉਂਕਿ ਜਿੱਦਾਂ ਹੁਣ ਮੇਰੇ ਕੋਈ ਨੌਨ 'ਚ ਨਹੀਂ ਸੀਗਾ, ਫਿਰ ਮੇਰੇ ਜਿਹੜੇ ਏਜੰਟ ਸੀ ਉਹਨਾਂ ਨੇ ਮੈਨੂੰ ਭਾਜੀ ਦਾ ਨੰਬਰ ਪ੍ਰੋਵਾਈਡ ਕੀਤਾ। ਭਾਜੀ ਭਾਵੇਂ ਇੱਕੋ ਸ਼ਹਿਰ ਦੇ ਆਪਾਂ, ਇਹ ਦੋਨੋਂ ਮਿੱਤਰ ਆਪਣੇ ਤੁਹਾਨੂੰ ਦੱਸਣਾ ਚਾਹੁੰਦਾ, ਇੱਕੋ ਸ਼ਹਿਰ ਦੇ ਨੇ ਮੁੰਡੇ, ਪਠਾਨਕੋਟੀਏ ਨੇ ਦੋਨੋਂ ਇਹ। ਮੈਂ ਭਾਜੀ ਨੂੰ ਜਾਣਦਾ ਨਹੀਂ ਸੀਗਾ, ਇੱਕੋ ਸ਼ਹਿਰ ਦੇ 1 ਕਿਲੋਮੀਟਰ ਦਾ ਫਰਕ ਆ, ਪਰ ਆਪਾਂ ਜਾਣਦਾ ਨਹੀਂ ਸੀਗਾ। ਪਰ ਮੈਨੂੰ ਜਿੱਦਾਂ ਨੰਬਰ ਪ੍ਰੋਵਾਈਡ ਕੀਤਾ ਭਾਜੀ ਨੂੰ, ਮੈਂ ਕੀਤਾ ਕਾਲ ਕਿ ਭਾਜੀ ਇੱਕ ਦਿਨ ਪਹਿਲਾਂ ਕੀਤਾ, ਭਾਜੀ ਮੈਨੂੰ ਲੈਣ ਆ ਜਾਓ। ਭਾਜੀ ਕਹਿੰਦੇ ਚੱਲ ਮੈਂ ਆ ਜਾਊਂਗਾ। ਮੇਰੇ ਸਾਹਮਣੇ ਅਗਰ ਤੁਹਾਡਾ ਨੌਨ 'ਚ ਹੈਗਾ ਕੋਈ ਵਧੀਆ, ਅਗਰ ਤੁਹਾਡੇ ਨੌਨ 'ਚ ਵੀ ਨਹੀਂ ਹੈਗਾ, ਫਿਰ ਵੀ ਇੱਥੇ ਇੱਕ ਲਾਈਕ ਸਟੂਡੈਂਟ ਹੋਸਟਲ ਮਿਲ ਜਾਂਦੇ ਆ, ਤਾਂ ਲਾਈਕ ਤੁਸੀਂ ਉੱਥੇ ਰਹਿ ਸਕਦੇ ਹੋ। ਉਹਨਾਂ ਦੀ ਪਤਾ ਨਹੀਂ ਇੱਕ ਦਿਨ ਦੀ 30 ਜਾਂ 40 ਯੂਰੋ ਫੀਸ, ਉਹੀ ਮੰਥਲੀ ਤੁਸੀਂ ਲਗਾ ਲਓ ਕਿ ਅਰਾਊਂਡ 300 ਯੂਰੋ ਹੋ ਜਾਂਦੀ ਹੈ। ਲਾਈਕ ਅਗਰ ਤੁਹਾਨੂੰ ਰੈਂਟ ਮਿਲ ਜਾਂਦਾ, ਰੂਮ ਮਿਲ ਜਾਂਦਾ ਤੁਹਾਡੇ 300 to 350 ਯੂਰੋ ਤੁਹਾਨੂੰ ਇੱਕ ਰੂਮ ਮਿਲ ਜਾਂਦਾ।
ਵਿਦ ਸਿਕਿਉਰਿਟੀ ਮਿਲਦਾ ਲਾਈਕ 200 300 ਜਾਂ 350 ਯੂਰੋ ਉਹਦੀ ਸਿਕਿਉਰਿਟੀ ਹੋਊਗੀ। ਉਹ 1 ਮਹੀਨੇ ਦੇਣੀ ਪੈਂਦੀ ਸਿਕਿਉਰਿਟੀ 1 ਮਹੀਨੇ ਦੇਣੀ ਪੈਂਦੀ ਆ। 1 ਮਹੀਨੇ ਦਾ ਰੈਂਟ ਹੈ। 1 ਮਹੀਨੇ ਦਾ ਰੈਂਟ ਦੇਣਾ ਪੈਂਦਾ। ਸਿਕਿਉਰਿਟੀ ਤੁਹਾਨੂੰ ਬਾਰ-ਬਾਰ ਨਹੀਂ ਦੇਣੀ ਪਊਗੀ, ਉਹ ਤੁਹਾਨੂੰ ਸਿਕਿਉਰਿਟੀ ਵਾਪਸ ਵੀ ਮਿਲ ਜੂਗੀ ਜਦੋਂ ਤੁਹਾਡਾ ਕੰਟਰੈਕਟ ਖਤਮ ਹੋ ਜਾਂਦਾ। ਲਾਈਕ ਮੇਰਾ 6 ਮਹੀਨੇ ਦਾ ਕੰਟਰੈਕਟ ਸੀ, ਮੈਨੂੰ ਸਿਕਿਉਰਿਟੀ ਵਾਪਸ ਮਿਲ ਗਈ ਸੀ। ਠੀਕ ਹੈ, ਵਧੀਆ। ਤੇ ਬਾਕੀ ਜਦੋਂ ਤੁਸੀਂ ਉੱਥੇ ਰਹਿੰਦੇ ਹੋ ਉਸ ਘਰ ਦੇ ਵਿੱਚ, ਉਹਦਾ ਕੋਈ ਬਿਜਲੀ ਪਾਣੀ ਦਾ ਖਰਚਾ ਜਾਂ ਹੋਰ ਕਾਮਨ ਐਕਸਪੈਂਸ ਵਗੈਰਾ ਗਾਰਬੇਜ ਦੇ, ਜਿੱਦਾਂ ਹੁਣ ਆਪਾਂ ਇੱਥੇ ਪਾਉਂਦੇ ਹਾਂ ਡਸਟਬਿਨ ਦੇ ਵਿੱਚ, ਉਹ ਲੈ ਕੇ ਜਾਂਦੇ ਨੇ, ਜਾਂ ਹੋਰ ਕੋਈ ਪਾਣੀ ਗਰਮ ਆਉਂਦਾ ਆਪਣੇ ਘਰਾਂ ਦੇ ਵਿੱਚ ਇੱਥੇ, ਤੇ ਉਹਦਾ ਕੋਈ ਖਰਚਾ ਲੱਗ ਦੇਣਾ ਪੈਂਦਾ ਕਿ ਵਿੱਚ ਇਨਕਲੂਡ ਹੈ? ਲਾਈਕ ਸਾਰਾ ਕੁਝ ਵਿੱਚ ਇਨਕਲੂਡ ਹੁੰਦਾ, ਲਾਈਕ ਵਾਈਫਾਈ ਦਾ ਵਗੈਰਾ 350 ਦੇ ਵਿੱਚ ਸਾਰਾ ਕੁਝ ਇਨਕਲੂਡ ਉਹਦੇ ਵਿੱਚ ਹੀ ਹੈ। ਹਾਂਜੀ, ਠੀਕ ਆ। ਤੇ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰ ਲੈਂਦੇ, ਜਿਹੜੇ ਤੁਸੀਂ ਕਾਲਜ ਆਏ ਹੋ ਤੇ ਇੱਥੇ ਆ ਕੇ ਤੁਹਾਨੂੰ ਜਿਹੜੀ ਫੀਸ ਦਿੱਤੀ ਉਹ ਤੁਹਾਨੂੰ ਕੋਈ ਫਾਇਦਾ ਵੀ ਹੁੰਦਾ ਉਹਦੇ ਵਿੱਚ? ਜਸਟ ਤੁਹਾਡੀ ਫੀਸ ਆ, ਉਹਦੇ ਵਿੱਚ ਤੁਹਾਨੂੰ ਕੋਈ ਹੋਰ ਵੀ ਫੈਸਿਲਿਟੀ ਪ੍ਰੋਵਾਈਡ ਕਰਦੇ ਕਾਲਜ? ਹਾਂਜੀ, ਲਾਈਕ ਜਿੱਦਾਂ ਕਈ ਯੂਨੀਵਰਸਿਟੀਜ਼ ਹੈਗੀਆਂ ਜੋ ਉਸੇ ਫੀਸ ਵਿੱਚ ਤੁਹਾਨੂੰ ਇੱਥੇ ਜਿੱਦਾਂ ਮੰਥਲੀ ਟਿਕਟ ਬਣਦੀ ਹੈ। ਲਾਈਕ ਮੈਟਰੋ ਵਗੈਰਾ ਤੁਸੀਂ ਟਰੈਵਲ ਕਰੋ ਜਾਂ ਬੱਸ ਵਿੱਚ ਟਰੈਵਲ ਕਰੋਗੇ, ਉਹਦੀ ਮੰਥਲੀ ਟਿਕਟ ਹੁੰਦੀ ਹੈ। ਕਈ ਕਾਲਜਸ ਹੁੰਦੇ ਆ ਕਿ ਉਹ ਆਪੇ ਬਣਵਾ ਕੇ ਦਿੰਦੇ ਆ ਤੁਹਾਨੂੰ, ਤੇ ਉਹ ਥੋੜੀ ਸਸਤੀ ਪੈਂਦੀ ਹੈ। ਲਾਈਕ ਜਦੋਂ ਮੈਂ ਇੱਥੇ ਆਇਆ ਸੀ ਇਸ ਕਾਲਜ ਦੇ ਵਿੱਚ, ਪਹਿਲਾਂ ਜਦੋਂ ਮੇਰਾ ਪਹਿਲਾ ਦਿਨ ਸੀ, ਮੈਂ ਰਜਿਸਟਰਡ ਕਰਵਾਇਆ ਸੀ। ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਇੱਕ ਬੈਗ ਦਿੱਤਾ, ਇੱਕ ਪੈਨ ਡਰਾਈਵ ਦਿੱਤੀ, ਇੱਕ ਬੋਟਲ ਦਿੱਤੀ, ਲਾਈਕ ਇਦਾਂ ਦਾ ਇੱਕ ਅੰਬਰੇਲਾ ਦਿੱਤਾ, ਲਾਈਕ ਇੱਕ ਹੁੱਡੀ ਦਿੱਤੀ ਸੀ। ਇਦਾਂ ਦੀ ਚੀਜ਼ਾਂ ਵੀ ਪ੍ਰੋਵਾਈਡ ਕਰਦੇ ਕਾਲਜ ਵਾਲੇ। ਉਹ ਜੋ ਬਣਦੀਆਂ ਸੀ ਉਹਨੂੰ ਕਾਲਜ ਦੇਣੀਆਂ। ਹੁਣ 7000 ਦਾ ਟੀਕਾ ਲੱਗਿਆ ਸੀਗਾ ਮੁੰਡੇ ਦੇ, ਨੋਰਮਲ ਥੋੜਾ ਬਹੁਤ ਪਿਆਰ ਤਾਂ ਜ਼ਰੂਰ ਦਿਖਾਉਣਾ ਸੀ ਕਾਲਜ ਨੇ। ਤੇ ਉਸ ਤੋਂ ਬਾਅਦ ਹੁਣ ਵੀਰਾਂ ਦੇ ਸਵਾਲ ਸੀਗੇ, ਹਾਂ ਵੀ ਇੱਥੇ ਆ ਕੇ ਜੌਬ ਲੱਭਣੀ ਸੌਖੀ ਆ ਕਿ ਔਖੀ ਆ, ਕਿੱਦਾਂ ਉਹਦਾ? ਜੌਬ ਦਾ ਹੈ ਕਿ ਥੋੜੀ ਬਹੁਤੀ ਸਟਰਗਲ ਹਰ ਇੱਕ ਨੂੰ ਕਰਨੀ ਪੈਂਦੀ ਹੈ, ਬਟ ਜਿੱਦਾਂ ਹੈ ਕਿ ਬਰਲਿਨ 'ਚ ਜ਼ਿਆਦਾਤਰ ਇੰਗਲਿਸ਼ ਬੋਲਦੇ ਆ, ਤੁਹਾਨੂੰ ਜੌਬ ਲੱਭਣ 'ਚ ਇੰਨੀ ਥੋੜੀ ਦਿੱਕਤ ਨਹੀਂ ਹੋਏਗੀ, ਆਸਾਨੀ ਨਾਲ ਮਿਲ ਜਾਂਦੀ ਹੈ। ਓਕੇ, ਜਿੱਦਾਂ ਮੈਂ ਭਾਜੀ ਕੋਲ ਹੀ ਆਇਆ ਸੀਗਾ ਰੈਸਟੋਰੈਂਟ 'ਚ, ਤੇ ਇਹਨਾਂ ਨੇ ਫਿਰ ਮੇਰਾ ਅੱਗੇ ਕਰਵਾ ਦਿੱਤਾ ਸੀਗਾ। ਮੈਂ ਤਾਂ ਕੀ ਕਰਾਣਾ, ਮੈਂ ਤਾਂ ਹੁਣ ਜੋ ਕਰਾਣਾ ਰੱਬ ਨੇ ਕਰਾਣਾ ਉਹ ਤਾਂ। ਤੇ ਬਾਕੀ ਜੌਬ ਲੱਭ ਜਾਂਦੀ ਜੌਬ ਲੱਭ ਜਾਂਦੀ ਹੈ, ਕਿਉਂਕਿ ਇੱਥੇ ਤੁਸੀਂ ਅਗਰ, ਮੈਂ ਨਹੀਂ ਕਹਿੰਦਾ ਤੁਸੀਂ ਲਿਫਰੈਂਡੋ 'ਚ ਕਰੋ, ਐਮਾਜ਼ੋਨ ਹੈਗੀ ਆ, ਲਾਈਕ ਹੋਰ ਤੁਹਾਡੀ ਕਈ ਤਰ੍ਹਾਂ ਦੀ ਜੌਬਸ ਹੈਗੀਆਂ। ਲਾਈਕ ਬਰਲਿਨ 'ਚ ਜਿੱਦਾਂ ਜਰਮਨੀ ਤੁਸੀਂ ਆਏ, ਉੱਥੇ 3 ਤਰ੍ਹਾਂ ਦੀ ਜੌਬਸ ਹੈਗੀ। ਮੈਕਡੋਨਲਡਸ ਇੱਕ ਤਾਂ ਹੁੰਦੀ ਆ ਮਿਨੀ ਜੌਬ, ਇੱਕ ਹੁੰਦੀ ਪਾਰਟ ਟਾਈਮ ਜੌਬ, ਤੇ ਤੀਸਰੀ ਵਾਲੀ ਹੁੰਦੀ ਜਿਹੜੇ ਸਾਡੇ ਪੰਜਾਬੀ ਲੱਭਦੇ ਜ਼ਿਆਦਾਤਰ ਦੂਜੀ ਜੌਬ। ਬਾਕੀ ਤੁਸੀਂ ਸਮਝ ਗਏ ਹੋ ਦੂਜੀ ਜੌਬ ਕਿਹੜੀ ਹੁੰਦੀ ਹੈ। ਤੁਸੀਂ ਕਹਿੰਦੇ ਕਿ ਜ਼ਿਆਦਾ ਪੈਸੇ ਉਹਦੇ ਵਿੱਚ ਕੀ ਹੈ, ਤੁਹਾਨੂੰ ਪੇ ਰੇਟ ਘੱਟ ਮਿਲੂਗਾ, ਪਰ ਇਹ ਆ ਤੁਹਾਡੀ ਮੱਤ ਵੀ ਬਹੁਤ ਵੱਜਦੀ ਉਹਦੇ ਵਿੱਚ। ਉਹ 'ਚ ਫਿਰ ਐ ਆ ਵੀ ਤੁਸੀਂ ਆਪਣੇ ਬੰਦਿਆਂ ਅੱਗੇ ਕੰਮ ਕਰਨਾ, ਫਿਰ ਉਹਨਾਂ ਨੂੰ ਤੁਹਾਨੂੰ ਪਤਾ ਮੱਤ ਦੇ ਮਾਰ। ਬਟ ਮੈਂ ਸਟੂਡੈਂਟਸ ਨੂੰ ਕਹਾਂਗਾ ਕਿ ਪਾਰਟ ਟਾਈਮ ਜਿਹੜੀ ਲੀਗਲ ਜੌਬ ਉਹੀ ਕਰਨ, ਕਿਉਂਕਿ ਇਹਦੇ ਵਿੱਚ ਤੁਹਾਡਾ ਟੈਕਸ ਵੀ ਜਾਂਦਾ ਹੈਗਾ। ਤੁਸੀਂ ਕੱਲ ਨੂੰ ਇੱਥੇ PR ਵੀ ਲੈਣੀ ਹੈਗੀ ਹੈ, ਕਿਉਂਕਿ ਅਗਰ ਤੁਸੀਂ PR ਲੈਣੀ ਹੈ, ਤੁਸੀਂ ਕਮ ਸੇ ਕਮ ਸ਼ੋਅ ਤੇ ਕਰੋਗੇ ਗਵਰਨਮੈਂਟ ਨੂੰ ਕਿ ਤੁਸੀਂ ਟੈਕਸ ਦਿੱਤਾ ਹੋਇਆ ਇੱਥੇ। ਬਿਲਕੁਲ ਬਿਲਕੁਲ। ਫਿਰ ਉਹਦੇ ਦੂਜੇ ਜਿਹੜਾ ਕੰਮ ਤੁਹਾਨੂੰ ਦੱਸਿਆ ਦੂਜਾ ਤਰੀਕਾ ਵਾਲਾ, ਉਹ 'ਚ ਐ ਹੁੰਦਾ ਵੀ ਥੋੜਾ ਰਿਸਕ ਵੀ ਰਹਿੰਦਾ। ਹਾਂ, ਰਿਸਕ ਵੀ ਰਹਿੰਦਾ ਆ, ਤੁਹਾਡਾ ਪੇਪਰ ਵੀ ਨਹੀਂ ਪੂਰੇ ਭਰਦੇ ਨੇ, ਤੇ ਉਹਨਾਂ ਜਿਹੜਾ ਟੈਕਸ ਆ ਉਹ ਵੀ ਘੱਟ ਜਾਂਦਾ ਆ। ਕੱਲ ਨੂੰ ਤੁਸੀਂ ਉਹਨੂੰ ਵੀਜ਼ਾ ਅਪਲਾਈ ਕਰਨਾ ਆ, ਤੇ ਉਹ 'ਚ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਆ। ਠੀਕ ਹੈ ਨਾ, ਸਭ ਤੋਂ ਵੱਡੀ ਗੱਲ ਆ ਮੱਤ ਬਹੁਤ ਮਾਰਦੇ ਉੱਥੇ ਬੰਦੇ, ਮੱਤ ਬਹੁਤ ਮਾਰਦੇ ਆ, ਤੇ ਤੁਹਾਡੇ ਤੋਂ 7 ਦੇ 7 ਦਿਨ ਕੰਮ ਕਰਨਾ ਪੈਂਦਾ ਉੱਥੇ ਦੂਜੇ ਜੌਬ ਦੇ ਵਿੱਚ। ਤੁਸੀਂ ਸਮਝ ਰਹੇ ਹੋ ਜੋ ਅਸੀਂ ਗੱਲ ਕਰ ਰਹੇ ਹਾਂ। ਬਾਕੀ ਲੀਗਲੀ ਪਾਰਟ ਟਾਈਮ ਜੌਬ ਕਰਕੇ ਫਾਇਦਾ ਹੈਗਾ। ਇੱਥੇ ਜਿਹੜਾ ਦੂਜਾ ਕੰਮ ਆ ਤੁਹਾਨੂੰ ਦੱਸਿਆ, ਉਹ 'ਚ ਕੋਈ ਫਾਇਦਾ ਨਹੀਂ ਹੈਗਾ। ਪੈਸੇ ਜ਼ਰੂਰ ਜ਼ਿਆਦਾ ਬਣਦੇ ਨੇ, ਪਰ ਬਾਕੀ ਜੇ ਤੁਸੀਂ ਪੈਸੇ ਛਾਪਣੇ ਆ ਤੇ ਵਾਪਸ ਜਾਣਾ ਤੇ ਤੁਹਾਡੀ ਆਪਣੀ ਇੱਛਾ ਹੈਗੀ ਆ। ਜੇ ਤੁਸੀਂ ਲੀਗਲੀ ਇੱਥੇ ਰਹਿਣਾ ਚਾਹੁੰਦੇ ਹੋ ਤੇ ਇੱਥੇ ਪੱਕੇ ਹੋਣਾ ਚਾਹੁੰਦੇ ਹੋ ਤਾਂ ਪਾਰਟ ਟਾਈਮ ਬੈਟਰ ਆ। ਤੁਹਾਡੇ ਸਾਰੇ ਡਾਕੂਮੈਂਟ ਬਣਦੇ ਆ ਉੱਥੇ, ਤੁਹਾਡੇ ਸਾਰੀ ਇੰਸ਼ੋਰੈਂਸ ਵਗੈਰਾ ਟੈਕਸ ਵਗੈਰਾ ਭਰਦਾ ਆ ਤੁਹਾਡੇ ਤਨਖਾਹ ਦੇ ਵਿੱਚੋਂ। ਤੇ ਬਾਕੀ ਆਪਣੇ ਭਰਾਵਾਂ ਨੂੰ ਪੁੱਛ ਲੈਂਦੇ ਆ ਜੇ ਇੱਥੇ ਆ ਕੇ ਸਾਨੂੰ ਕਿਹੜੇ ਕਿਹੜੇ ਡਾਕੂਮੈਂਟ ਬਣਾਉਣੇ ਪੈਂਦੇ ਆ। ਇੱਥੇ ਨਾ 2 ਮੇਨ ਡਾਕੂਮੈਂਟ ਹੁੰਦੇ ਆ ਜਿਹੜੇ ਤੁਹਾਨੂੰ ਹਰ ਕੋਈ ਮੰਗੇਗਾ ਇੱਥੇ, ਕੋਈ ਵੀ ਆਫਿਸ ਵਿੱਚ ਚੱਲ ਜਾਓ। ਇੱਕ ਹੁੰਦਾ ਅਲਮੈਂਡਮ ਲਾਈਕ ਹੁੰਦਾ ਹੈ ਕਿ ਜਿੱਦਾਂ ਇੰਡੀਆ 'ਚ ਆਧਾਰ ਕਾਰਡ ਹੁੰਦਾ ਵਾ ਕਿ ਸਾਡੀ ਰਜਿਸਟ੍ਰੇਸ਼ਨ ਕਹਿਦੀ ਆ ਇੰਗਲਿਸ਼ ਦੇ ਵਿੱਚ, ਰਜਿਸਟ੍ਰੇਸ਼ਨ ਇੱਥੇ ਕਹਿੰਦੇ ਆ ਐਨਮੈਲਡਮ ਕਹਿੰਦੇ ਨੇ, ਤੇ ਉਹ ਕਰਾਣੀ ਪੈਂਦੀ ਹੈ। ਇੱਕ ਹੁੰਦੀ ਟੀਕੇ, ਜਿਹੜੀ ਤੁਹਾਡੀ ਹੈਲਥ ਇੰਸ਼ੋਰੈਂਸ ਹੁੰਦੀ ਆ, ਉਹ ਹਰ ਮਹੀਨੇ ਤੁਹਾਡੇ ਅਕਾਊਂਟ 'ਚੋਂ 105 ਯੂਰੋ। ਟੀਕੇ ਮਤਲਬ ਡਾਕ ਦਾ ਕਹਿਣ ਦਾ ਭਾਵ ਆ ਇੱਥੇ ਇੰਸ਼ੋਰੈਂਸ ਕੰਪਨੀਆਂ ਨੇ ਟੀਕੇ ਹੋ ਗਈਆਂ ਜਾਂ ਹੋਰ ਕਈ ਤਰ੍ਹਾਂ ਦੀਆਂ, ਡਾਕ ਹੋ ਗਈ, ਡਾਕ ਆਪਣੀ ਪ੍ਰਾਈਵੇਟ ਆ ਡਾਕ, ਕਈ ਤਰ੍ਹਾਂ ਦੀ ਇੰਸ਼ੋਰੈਂਸ ਕੰਪਨੀਆਂ ਨੇ। ਤੁਹਾਡੀ ਆਪਣੀ ਇੱਛਾ ਹੁੰਦੀ ਤੁਸੀਂ ਕਿਹ 'ਚ ਜਾ ਕੇ ਆਪਣਾ ਅਪਲਾਈ ਕਰਨਾ, ਕਿਹੜੀ ਇੰਸ਼ੋਰੈਂਸ ਰਾਹੀਂ ਆਪਣਾ ਫਾਇਦਾ ਲੈਣਾ ਨਹੀਂ ਲੈਣਾ। ਠੀਕ ਹੈ, ਜ਼ਿਆਦਾਤਰ ਤੇ ਹੋਰ ਕੋਈ ਮੇਨ ਡਾਕੂਮੈਂਟ ਨਹੀਂ ਹੈਗਾ, ਬਸ ਇਹੀ 2 ਜਿਹੜੇ ਹੈਗੇ ਜਿਹੜੇ ਹਰ ਇੱਕ ਸਟੂਡੈਂਟ ਨੂੰ ਬਣਵਾਉਣੇ ਪੈਂਦੇ ਆ। ਹਾਂਜੀ, ਲਾਈਕ ਇੱਕ ਤੁਹਾਡੇ ਸੋਸ਼ਲ ਸਿਕਿਉਰਿਟੀ ਹੁੰਦਾ, ਉਹ ਤੁਹਾਡੇ ਘਰੇ ਆ ਜਾਂਦਾ। ਜੇ ਤੁਹਾਡੀ ਅਲਮੈਂਡਮ ਹੋ ਗਈ, ਤੁਹਾਡੇ ਬਾਕੀ ਡਾਕੂਮੈਂਟ ਘਰੇ ਆ ਜਾਣੇ ਆ। ਲਾਈਕ ਇੱਕ ਤੁਹਾਡਾ ਬਲੌਗ ਅਕਾਊਂਟ ਆ, ਉਹ ਤੁਸੀਂ ਉਹਨਾਂ ਨੂੰ ਅਲਮੈਂਡਮ ਆ ਤੁਹਾਡੀ ਹਰ ਜਗ੍ਹਾ ਲੱਗਣੀ ਆ। ਲਾਈਕ ਤੁਹਾਡੇ ਸਾਰੇ ਡਾਕੂਮੈਂਟ ਉਹ ਘਰੇ ਆ ਜਾਣੇ ਆ। ਸਾਰੀ ਗੱਲ ਟਿਕੀ ਆ ਅਲਮੈਂਡਮ ਤੇ। ਅਲਮੈਂਡਮ ਹੋ ਗਈ ਤੇ ਸਭ ਕੁਝ ਤੁਹਾਡੇ ਡਾਕੂਮੈਂਟ ਬਣ ਜਾਣੇ। ਕਿਤੇ ਅਲਮੈਂਡਿੰਗ ਵਾਸਤੇ ਮਤਲਬ ਆਪਾਂ ਨੂੰ ਕਿਤੇ ਅਪਲਾਈ ਕਰਨਾ ਪੈਂਦਾ? ਲਾਈਕ ਸਾਨੂੰ ਕੁਝ ਨਹੀਂ ਆ, ਜਿੱਥੇ ਆਪਾਂ ਘਰ ਲੈ ਰਹੇ ਜਾਂ ਰੂਮ ਲੈ ਰਹੇ ਆ, ਉਹਨਾਂ ਨੇ ਸਾਨੂੰ ਪੇਪਰ ਪ੍ਰੋਵਾਈਡ ਕਰਨੇ, ਸਾਨੂੰ ਕੰਟਰੈਕਟ ਦੇਣਾ। ਉਹੀ ਕੰਟਰੈਕਟ ਲੈ ਕੇ ਆਪਾਂ ਇੱਕ ਅਲਮੈਂਡਮ ਆਫਿਸ ਜਾਣਾ, ਇੱਕ ਟਰਮੀਨ ਮਿਲਦੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਅਪਾਇੰਟਮੈਂਟ।
ਉਹ ਲੈ ਕੇ ਆਪਾਂ ਉੱਥੇ ਜਾਣਾ, ਉੱਥੇ ਜਾ ਕੇ ਅਪਾਇੰਟਮੈਂਟ ਲੈ ਕੇ ਉਹਨਾਂ ਨੂੰ ਆਪਾਂ ਦੇਣਾ, ਉਹਨਾਂ ਨੇ ਸਾਨੂੰ ਐਲਮੈਂਡਮ ਦੇ ਦੇਣੀ ਆ। 5 ਤੋਂ 10 ਮਿੰਟ ਦਾ ਪ੍ਰੋਸੈਸ ਐਲਮੈਂਡਮ ਦਾ, ਐਡਾ ਕੋਈ ਸੋਚਣ ਦੀ ਗੱਲ ਨਹੀਂ ਹੈ ਕਿ ਕੀ ਹੋ ਜੂਗਾ, ਇੱਥੇ ਕੁਝ ਨਹੀਂ ਹੁੰਦਾ। ਤੇ ਇੱਥੇ ਜਿਹੜਾ ਜਰਮਨ ਤੁਹਾਨੂੰ ਦੱਸ ਦਵਾਂ ਵੀ ਜੇ ਤੁਸੀਂ ਆ ਰਹੇ ਹੋ ਇੱਥੇ ਸਾਰਾ ਕੁਝ ਅਪਾਇੰਟਮੈਂਟ ਦੇ ਸਿਰ ਤੇ ਆ, ਤੁਹਾਨੂੰ ਹਰ ਚੀਜ਼ ਵਾਸਤੇ ਅਪਾਇੰਟਮੈਂਟ ਲੈਣੀ ਪੈਂਦੀ ਆ। ਜੇ ਤੁਸੀਂ ਆਪਣੇ ਘਰ ਦੀ ਰਜਿਸਟ੍ਰੇਸ਼ਨ ਕਰਾਉਣੀ ਆ, ਜੇ ਤੁਸੀਂ ਕਿਸੇ ਡਾਕਟਰ ਕੋਲ ਜਾਣਾ, ਜੇ ਕਿਸੇ ਹੋਰ ਕਿਤੇ ਵੀ ਆਪਣੇ ਹੇਅਰ ਡਰੈਸ ਆਪਣੇ ਵਾਲ ਕਟਾਉਣ ਜਾਣਾ, ਉਹਦੇ ਵਾਸਤੇ ਵੀ ਤੁਹਾਨੂੰ ਆਪਣੇ ਅਪਾਇੰਟਮੈਂਟ ਲੈਣੀ ਪੈਂਦੀ ਆ। ਤੇ ਆ ਜ਼ਰੂਰ ਧਿਆਨ ਰੱਖਿਓ। ਤੇ ਆਨਲਾਈਨ ਆਪਾਂ ਅਪਾਇੰਟਮੈਂਟ ਲੈ ਸਕਦੇ ਕਿਸੇ ਚੀਜ਼ ਦੀ, ਪਰ ਜਿਹੜੀ ਹੈ ਦੱਸੀ ਹੈ ਮਨਜੀਤ ਨੇ ਉਹਦੇ ਬਾਰੇ ਅਨਮੈਲਡਿੰਗ ਰਜਿਸਟ੍ਰੇਸ਼ਨ ਘਰ ਦੀ, ਇਹ ਸਭ ਤੋਂ ਜ਼ਰੂਰੀ ਆ। ਕਿਤੇ ਵੀ ਜਾਣਾ, ਤੁਸੀਂ ਕਿਸੇ ਵੀ ਆਫਿਸ ਜਾਣਾ, ਤੁਹਾਨੂੰ ਸਭ ਤੋਂ ਪਹਿਲਾਂ ਇਹ ਪੇਪਰ ਜ਼ਰੂਰ ਪੁੱਛਣਾ ਆ। ਇਹ ਆ ਕੇ ਸਭ ਤੋਂ ਪਹਿਲਾਂ ਕੰਮ ਇਹੀ ਹੁੰਦਾ, ਆਪਾਂ ਜਿੱਥੇ ਘਰ ਲਿਆ ਆ ਰੈਂਟ ਤੇ, ਉਹਦੀ ਆਪਾਂ ਪਹਿਲਾਂ ਅਨਮੈਲਡਿੰਗ ਰਜਿਸਟ੍ਰੇਸ਼ਨ ਕਰਾਈਏ। ਤੇ ਉਸ ਤੋਂ ਬਾਅਦ ਹੁਣ ਆਪਾਂ ਭਰਾਵਾਂ ਨੂੰ ਪੁੱਛ ਲੈਂਦੇ ਹਾਂ, ਜੇ ਆਪਾਂ ਇੱਥੇ ਐਜ਼ ਏ ਸਟੂਡੈਂਟ ਪ੍ਰਾਈਵੇਟ ਕਾਲਜ 'ਚ ਪੜ੍ਹ ਰਹੇ ਹਾਂ ਤੇ ਪਾਰਟ ਟਾਈਮ ਜੋਬ ਕਰ ਰਹੇ ਹਾਂ, ਤੇ ਤੁਹਾਡਾ ਖਰਚਾ ਪਾਣੀ ਨਿਕਲ ਜਾਂਦਾ ਤੇ ਆਪਣਾ ਫੀਸ ਵਗੈਰਾ ਨਿਕਲ ਸਕਦੀ ਹੈ ਕਿ ਨਹੀਂ ਨਿਕਲ ਸਕਦੀ, ਇਹ ਮੇਨ ਕੁਐਸਚਨ ਸੀਗਾ ਜਿਹੜਾ ਆਪਾਂ ਹੁਣ ਗੱਲ ਕਰਾਂਗੇ ਉਹਦੇ ਬਾਰੇ। ਲਾਈਕ ਭਾਜੀ ਉਹ ਆਪਣੇ ਡਿਪੈਂਡ ਹੁੰਦਾ ਹੈ ਕਿ ਤੁਸੀਂ ਕਿੰਨਾ ਖਰਚਾ ਕਰਦੇ ਹੋ। ਖਰਚਾ ਕਰਨ ਤੁਸੀਂ ਭਾਵੇਂ 1 ਮਹੀਨੇ 'ਚ ਸਾਰੇ ਪੈਸੇ ਉਡਾ ਸਕਦੇ ਹੋ, ਤੁਸੀਂ ਤੁਹਾਡੇ ਡਿਪੈਂਡ ਕਿੰਨੀ ਸੇਵਿੰਗ ਕਰਦੇ। ਲਾਈਕ ਜਿੱਦਾਂ ਸਾਡਾ ਅਸੀਂ ਦੋਨੋਂ ਕੰਮ ਕਰਦੇ ਹਾਂ, ਸਾਡਾ ਆਰਾਮ ਨਾਲ ਫੀਸ ਨਿਕਲ ਜਾਂਦੀ ਹੈ। ਓਕੇ, ਨਹੀਂ ਕਿੰਨੇ ਘੰਟੇ ਤੁਸੀਂ ਕੰਮ ਕਰਦੇ ਹੋ? ਮੈਂ ਦੱਸਦਾ ਤੁਹਾਨੂੰ, ਜਿੱਦਾਂ 80 ਘੰਟਾ ਸਾਡਾ ਪਾਰਟ ਟਾਈਮ ਹੁੰਦਾ, ਇੱਕ ਮਿੰਨੀ ਜੋਬ ਹੁੰਦੀ ਹੈ। ਅਗਰ ਤੁਸੀਂ ਪਾਰਟ ਟਾਈਮ ਤੇ ਮਿੰਨੀ ਜੋਬ ਕਰਦੇ ਹੋ, 850 ਸਾਨੂੰ ਪਾਰਟ ਟਾਈਮ 'ਚੋਂ ਮਿਲ ਜਾਂਦਾ। ਲਾਈਕ ਤੁਸੀਂ ਲਾ ਲਓ 750 ਮਿਲ ਜਾਂਦਾ। ਓਕੇ, ਸੌਰੀ ਮਨਜੀਤ, ਇਹ ਪਾਰਟ ਟਾਈਮ ਤੇ 450 ਮਿੰਨੀ ਜੋਬ 'ਚ ਕੀ ਫਰਕ ਹੈ, ਵੀ ਦੱਸ ਕਈਆਂ ਨੂੰ ਨਹੀਂ ਪਤਾ ਹੋਣਾ ਨਾ। ਪਾਰਟ ਟਾਈਮ 'ਚ ਇਹ ਆ, ਪਾਰਟ ਟਾਈਮ 'ਚ ਤੁਹਾਡੇ 80 ਘੰਟੇ ਦਾ ਕੰਟਰੈਕਟ ਹੁੰਦਾ, ਉਹ 'ਚ ਤੁਹਾਡੇ 850 ਰੁਪਏ ਦਾ ਪੇਪਰ ਭਰੇ ਜਾਂਦੇ ਆ, ਪਰ ਤੁਹਾਡਾ ਟੈਕਸ ਕੱਟ ਕੇ 750 ਮਿਲਦਾ ਸਾਨੂੰ। ਇੱਕ ਜਿਹੜੀ ਸਾਡੀ ਮਿੰਨੀ ਜੋਬ ਆ, ਮਿੰਨੀ ਜੋਬ 'ਚ ਸਾਡਾ ਟੈਕਸ ਨਹੀਂ ਹੁੰਦਾ, ਸਾਡਾ 450 ਸਾਡੇ ਅਕਾਊਂਟ 'ਚ ਆਉਂਦਾ। ਲਾਈਕ ਉਹਨੂੰ ਕੁੱਲ ਮਿਲਾ ਕੇ ਆਪਾਂ 1200-1300 ਯੂਰੋ ਕਰ ਲੈਂਦੇ ਆ, ਠੀਕ ਆ। 300 ਤੁਸੀਂ ਆਪਣਾ ਰੈਂਟ ਲਾ ਲਓ, 100 ਰੁਪਏ ਤੁਸੀਂ ਆਪਣੀ ਇੰਸ਼ੋਰੈਂਸ ਲਾ ਲਓ, ਬਿਲਕੁਲ 44 ਰੁਪਏ ਸਾਡੀ। ਅਗਰ ਤੁਸੀਂ ਇੱਕ ਕਰਾਉਂਦੇ ਹੋ, ਕੰਟਰੈਕਟ ਕਰਾਉਂਦੇ ਹੋ ਜਿਹੜਾ ਜਿੰਨੀਆਂ ਵੀ ਟ੍ਰੇਨਾਂ ਬੱਸਾਂ ਦਾ, ਸਾਡੇ ਅਕਾਊਂਟ 'ਚ 44 ਯੂਰੋ ਕੱਟੇ ਜਾਣਗੇ, 44 ਯੂਰੋ ਕੱਟੇ ਜਾਣਗੇ। ਅਗਰ ਤੁਸੀਂ ਕੰਟਰੈਕਟ ਨਹੀਂ ਕਰਾਉਂਦੇ ਤੇ ਸਾਨੂੰ ਉਹ 13 ਤੋਂ 14 ਯੂਰੋ ਮਹਿੰਗੀ ਪੈ ਜਾਂਦੀ ਟਿਕਟ, ਮੰਥਲੀ ਟਿਕਟ ਕਹਿ ਦਿੰਦੇ ਆਪਾਂ ਜਿਹਨੂੰ। ਮੈਂ ਆਪਣਾ ਕੰਟਰੈਕਟ ਕਰਾਇਆ ਤੇ ਮੈਨੂੰ 13 ਤੋਂ 14 ਯੂਰੋ ਫਾਇਦਾ ਹੁੰਦਾ। ਲਾਈਕ ਆਪਾਂ ਇੱਕ ਖਰਚਾ ਲੈ ਕੇ ਚੱਲੀਏ ਤੇ ਸਾਡਾ ਇੱਥੋਂ 500 ਤੋਂ 550 ਯੂਰੋ ਖਰਚਾ ਆਉਂਦਾ ਮੰਥਲੀ। ਬਾਕੀ ਤੁਹਾਡੀ ਰੈਸਟ ਆਫ ਤੁਹਾਡੀ ਬਚਦੇ ਆ, ਉਹ 'ਚੋਂ ਤੁਸੀਂ ਅਗਰ ਹਰ ਮਹੀਨੇ 500 ਰੁਪਇਆ ਵੀ ਕੱਢਦੇ ਹੋ ਆਪਣੀ ਸੇਵਿੰਗਸ, ਤੇ ਮੇਰੇ ਹਿਸਾਬ ਨਾਲ ਤੁਸੀਂ ਲਾਈਕ 3000 ਯੂਰੋ ਤੁਸੀਂ ਸੇਵ ਕਰ ਲੈਂਦੇ ਹੋ, ਠੀਕ ਆ। ਤੇ 500 ਯੂਰੋ ਤੇ ਨੋਰਮਲ ਆ ਬੰਦਾ ਇਕੱਠਾ ਕਰ ਲੈਂਦਾ, ਲਾਈਕ ਆਪਣੀ ਸੇਵਿੰਗਸ ਹੋਰ ਕਰਕੇ। ਅਰਮਾਨ ਨਾਲ ਫੀਸ ਤੁਹਾਡੀ ਇੱਕ ਸਮੈਸਟਰ ਦੀ ਨਿਕਲ ਜਾਂਦੀ ਹੈ, ਲਾਈਕ 3500 ਯੂਰੋ ਇੱਕ ਸਮੈਸਟਰ ਦੀ ਫੀਸ ਹੁੰਦੀ, ਅਰਮਾਨ ਨਾਲ ਨਿਕਲ ਜਾਂਦੀ ਆ। ਬਾਕੀ ਤੇ ਇੱਕ ਹੋਰ ਸਵਾਲ ਸੀਗਾ, ਹਾਂ ਵੀ ਜਿਹੜੀ ਫੀਸ ਆ, ਜਿੱਦਾਂ ਤੁਸੀਂ ਪਹਿਲੇ ਸਮੈਸਟਰ ਦੇ ਇੰਡੀਆ ਤੋਂ ਦੇ ਕੇ ਆਉਂਦੇ ਹੋ, ਇੱਥੇ ਆ ਕੇ ਦੂਜੇ ਸਮੈਸਟਰ ਦੀ ਫੀਸ ਸੇਮ ਹੁੰਦੀ ਹੈ ਕਿ ਜ਼ਿਆਦਾ ਹੁੰਦੀ ਹੈ, ਘੱਟ ਹੁੰਦੀ ਹੈ, ਉਹਦਾ ਕੀ ਹੈ? ਸੇਮ ਹੁੰਦੀ ਭਾਜੀ, ਉਹਦਾ ਪ੍ਰੋਸੈਸ ਕੀ ਹੈ, ਸਾਡੀ ਫੀਸ ਸੇਮ ਹੋਣੀ ਆ। ਇਹਨਾਂ ਨੇ ਤੁਹਾਨੂੰ ਇੱਕ ਤੁਹਾਨੂੰ ਪੂਰਾ ਸ਼ਡਿਊਲ ਦੇ ਦੇਣਾ, ਲਾਈਕ ਤੁਹਾਨੂੰ ਡੇਟ ਦੇ ਦੇਣੀ ਆ, ਲਾਈਕ 6 ਮਹੀਨੇ ਬਾਅਦ ਤੁਹਾਡੀ ਇੰਨੀ ਫੀਸ ਆ, 6 ਮਹੀਨੇ ਬਾਅਦ ਇੰਨੀ। ਇੱਕ ਇਹਨਾਂ ਨੇ ਤੁਹਾਨੂੰ ਇੱਕ ਪੈਟਰਨ ਬਣਾ ਕੇ ਦੇ ਦੇਣਾ ਕਿ ਉਹਨਾਂ ਨੇ ਡੇਟ ਮੈਂਸ਼ਨ ਕਰ ਦੇਣੀ, ਤੁਸੀਂ ਇੰਨੀ ਤਰੀਕ ਨੂੰ ਆਪਣੀ ਫੀਸ ਜਮ੍ਹਾਂ ਕਰਾਣੀ ਹੈ। ਉਹ ਆਪਾਂ ਇੰਸਟਾਲਮੈਂਟ ਦੇ ਸਕਦੇ ਹਾਂ ਕਿਦਾਂ? ਫੀਸ ਜਿਹੜੀ ਅਗਲੇ ਸਮੈਸਟਰ ਦੀ ਹੈ, ਹਾਂਜੀ ਇੰਸਟਾਲਮੈਂਟ, ਜਿੱਦਾਂ ਕਾਲਜ ਵਾਲੇ ਹੀ ਤੁਹਾਨੂੰ ਆਪਣੇ ਇੰਸਟਾਲਮੈਂਟ ਪਲਾਨ ਬਣਾ ਕੇ ਦੇਣਗੇ। ਲਾਈਕ ਪਰ ਮੰਥ ਤੁਹਾਡਾ 500 ਜਾਂ 600 ਯੂਰੋ ਦਾ ਪਲਾਨ ਬਣਾ ਦੇਣਗੇ, ਤੁਹਾਨੂੰ ਹਰ ਮਹੀਨੇ ਆ ਕੇ ਇੱਥੇ ਪੇ ਕਰਨਾ ਪੈਂਦਾ। ਹਾਂ ਵੀ ਕੋਈ ਮੁਸ਼ਕਲ ਨਹੀਂ ਆ, ਤੁਸੀਂ ਆਪਣੀ ਫੀਸ ਈਜ਼ੀਲੀ ਪੇ ਕਰ ਸਕਦੇ ਹੋ। ਉਹ ਭਾਜੀ ਇੱਕ ਇਹਨਾਂ ਦਾ ਹੋਰ ਹੈ, ਜਿੱਦਾਂ ਤੁਸੀਂ ਅਗਰ ਤੇ ਰੋਜ਼ ਮੰਥਲੀ ਕਰਨੀ, ਮੰਥਲੀ ਵੀ ਕਰ ਸਕਦੇ ਹੋ, ਅਗਰ 6 ਮਹੀਨੇ ਬਾਅਦ ਕਰਨੀ 6 ਮਹੀਨੇ ਬਾਅਦ ਵੀ ਕਰ ਸਕਦੇ ਹੋ। ਤੇ ਬਾਕੀ ਜਿਹੜੀ ਆਪਾਂ ਪਾਰਟ ਟਾਈਮ ਜੋਬ ਹੈਗੀ ਆ, ਉਹਦੇ ਵਿੱਚੋਂ ਆਪਣਾ ਖਰਚਾ ਵੀ ਨਿਕਲ ਜਾਂਦਾ ਹਨਾ, ਉਹ 'ਚ ਆਪਣੀ ਸਮੈਸਟਰ ਦੀ ਫੀਸ ਭਰ ਹੋ ਜਾਂਦੀ ਆ। ਬਾਕੀ ਉਸ ਤੋਂ ਬਾਅਦ ਜੇ ਆਪਾਂ ਘਰੇ ਘੁਰੇ ਪੈਸੇ ਭੇਜਣੇ ਹੋਣ, ਉਹਦੇ ਬਾਅਦ ਬੱਚਤ ਹੋ ਜਾਂਦੀ ਆ ਕਿ ਨਹੀਂ ਹੁੰਦੀ ਆ? ਆਪਾਂ ਸਟੂਡੈਂਟ ਹੋ ਜਾਂਦੀ ਆ ਭਾਈ। ਮੇਰੇ ਹਿਸਾਬ ਨਾਲ ਅਗਰ ਦੇਖਿਆ ਜਾਏ ਤੇ ਤੁਸੀਂ ਹਰ ਮਹੀਨੇ 30 ਤੋਂ 40 ਹਜ਼ਾਰ ਭੇਜ ਸਕਦੇ ਹੋ ਇੰਡੀਆ, ਮੇਰੇ ਹਿਸਾਬ ਨਾਲ ਦੇਖਿਆ ਜਾਏ ਤੇ। ਇੱਕ ਸਾਨੂੰ ਲਾਈਕ ਕੀ ਆ, ਮਤਲਬ ਆਪਣੇ ਖਰਚਾ ਕੱਢਣ ਤੋਂ ਬਾਅਦ ਤੇ ਆਪਣੀ ਕਾਲਜ ਫੀਸ ਕੱਢਣ ਤੋਂ ਬਾਅਦ ਆਪਣਾ ਇੰਡੀਆ ਭੇਜ ਸਕਦੇ ਹੋ। ਹਾਂਜੀ 30 ਤੋਂ 40 ਹਜ਼ਾਰ ਰੁਪਏ ਆਪਾਂ ਇੰਡੀਆ ਭੇਜ ਸਕਦੇ ਹਾਂ। ਪਰ ਲਾਈਕ ਜਿੱਦਾਂ ਕਹਿ ਦਿੰਦੇ ਆਪਾਂ ਦੂਜਾ ਕੰਮ ਕਰੀ ਫੇਰ ਤਾਂ ਤੁਸੀਂ ਭਾਵੇਂ ਲੱਖ ਰੁਪਏ ਭੇਜ ਦਿਓ, ਉਹ ਚ ਆ ਤੁਸੀਂ ਮੱਤ ਵੱਜ ਜਾਂਦੀ, ਉੱਥੇ ਬੰਦੇ ਨੂੰ ਮੱਤ ਵੱਜ ਜਾਂਦੀ। ਉਹ ਸਹੀ ਆ, ਮੈਂ ਇਦਾਂ ਦੇ ਕਈ ਮੁੰਡਿਆਂ ਨੂੰ ਜਾਣਦਾ ਇੱਥੇ ਜਿਹੜੇ ਉਹ ਦੂਜੇ ਟਾਈਪ ਦਾ ਕੰਮ ਕਰਦੇ ਨੇ, ਮਹੀਨੇ ਫੁੱਲ ਟਾਈਮ ਕੰਮ ਕਰਦੇ ਨੇ, ਤੁਸੀਂ ਸਮਝ ਰਹੇ ਹੋਵੋਗੇ, ਤੇ ਉਹ 'ਚ ਉਹ ਕਾਫੀ ਪੈਸੇ ਕਮਾਉਂਦੇ ਨੇ। ਮੇਰੇ ਹਿਸਾਬ ਨਾਲ ਉਹ 1.5 ਲੱਖ ਰੁਪਇਆ ਵੀ ਕਮਾ ਰਹੇ ਨੇ, ਪਰ ਉਹਨਾਂ ਦੇ ਜਿਹੜਾ ਹਾਲਾਤ ਮੈਂ ਦੇਖੇ ਆ, ਇੱਕ ਮੁੰਡਾ ਹੀ ਸਾਡੇ ਨਾਲ ਕੰਮ ਕਰਦਾ ਸੀ ਪਹਿਲਾਂ, ਉਹ ਛੱਡ ਕੇ ਦੂਜੀ ਜਗ੍ਹਾ ਚਲਾ ਗਿਆ ਫੁੱਲ ਟਾਈਮ ਕੰਮ ਵਾਸਤੇ, ਤੇ 2000 ਕਮਾ ਰਿਹਾ, ਪਰ ਉਹਦਾ ਜਿਹੜਾ ਸਰੀਰ ਅੱਧਾ ਰਹਿ ਗਿਆ ਆ, ਤੇ ਉਹਦੀ ਸਰੀਰ ਦਰਦ, ਪਿੱਠ ਪੁੱਠ ਸਾਰਾ ਕੁਝ ਨਾਸ ਵੱਜਿਆ ਵਾ ਮੇਰੇ ਹਿਸਾਬ ਨਾਲ।
ਪਰ ਉਹ ਮਜਬੂਰੀ ਨੂੰ ਕਰ ਰਿਹਾ, ਕਹਿੰਦਾ ਉਹਦੀ ਵੀ ਮਜਬੂਰੀ ਆ ਵੀ ਹਾਂ ਵੀ ਮੈਂ ਸਾਡੇ ਘਰਦਿਆਂ ਨੇ ਪਿੱਛੇ ਲੋਨ ਲਿੱਤਾ ਸੀਗਾ ਹਨਾ, ਉਹਦੇ ਕਰਕੇ ਮੈਨੂੰ ਕਰਨਾ ਪੈ ਰਿਹਾ, ਲੋਨ ਵੀ ਉਤਾਰਨਾ ਆ ਤੇ ਇਹ ਪ੍ਰੋਬਲਮ ਹੈਗੀਆਂ, ਮੁਸ਼ਕਲਾਂ। ਠੀਕ ਆ, ਜੇ ਤੁਹਾਨੂੰ ਕੋਈ ਜ਼ਿਆਦਾ ਪ੍ਰੋਬਲਮ ਆ ਤੁਸੀਂ ਕਰ ਸਕਦੇ ਹੋ, ਅਗਰ ਨਹੀਂ ਹੈ ਤੇ ਮੇਰੇ ਹਿਸਾਬ ਨਾਲ ਪਾਰਟ ਟਾਈਮ ਵੀ ਕਰ ਸਕਦੇ ਆਪਾਂ, ਪਾਰਟ ਟਾਈਮ ਤੇ ਮਿਨੀ ਜੌਬ ਵੀ ਕਰ ਸਕਦੇ ਆਪਾਂ, ਕਿਉਂਕਿ ਉਹ ਬੈਟਰ ਆ, ਉਹਦੇ ਵਿੱਚ ਸਾਡਾ ਸਭ ਕੁਝ ਲੀਗਲ ਆ, ਕੁਛ ਨਹੀਂ, ਸਾਨੂੰ ਇੰਨੀ ਸਰਦਰਦੀ ਵੀ ਨਹੀਂ ਹੁੰਦੀ, ਆਪਾਂ ਫੜੇ ਵੀ ਨਹੀਂ ਜਾਵਾਂਗੇ। ਲਾਈਕ ਅਗਰ ਤੇ ਲਾਈਕ ਉਹਦੇ ਵਿੱਚ ਆਪਾਂ ਇਹ ਕਾਲਜ ਵੀ ਆਪਾਂ ਆਪਣੇ ਕਾਲਜ ਵੀ ਜਾ ਸਕਦੇ ਹਾਂ, ਆਪਾਂ ਕਾਲਜ ਵੀ ਰੈਗੂਲਰ ਅਟੈਂਡ ਕਰ ਸਕਦੇ ਹਾਂ। ਅਗਰ ਆਪਾਂ ਦੂਜਾ ਕੰਮ ਕਰਾਂਗੇ ਉਹ 'ਚ ਕਾਲਜ ਵੀ ਆਪਾਂ ਕਈ ਵਾਰੀ ਨਹੀਂ ਅਟੈਂਡ ਕਰ ਪਾਉਂਦੇ, ਕਿਉਂਕਿ ਉਹਨਾਂ ਦਾ ਜਾਂ ਅਗਰ ਪਾਰਟ ਟਾਈਮ ਕਰਿਆ ਆਪਾਂ ਕਹਿ ਦਾਂਗੇ ਆਪਣੇ ਮੈਨੇਜਰ ਨੂੰ ਜਾਂ ਜਿਹੜਾ ਵੀ ਸਾਡਾ ਮਾਲਕ ਹੋਊਗਾ ਕਿ ਆਪਾਂ ਕੰਮ ਕਾਲਜ ਜਾਣਾ, ਉਹ ਸਾਨੂੰ ਛੁੱਟੀ ਦੇ ਦੂਗਾ। ਕਈ ਦੂਜੇ ਛੁੱਟੀ ਨਹੀਂ ਦਿੰਦੇ ਤੇ ਇਸ ਕਰਕੇ ਆਪਾਂ ਕਰ ਨਹੀਂ ਸਕਦੇ। ਅਗਰ ਆਪਾਂ ਕਾਲਜ ਨਹੀਂ ਕਰਦੇ ਆਪਣਾ ਅਟੈਂਡ, ਲਾਈਕ ਕਾਲਜ ਦੀ ਸਭ ਤੋਂ ਵੱਡੀ ਚੀਜ਼ ਆ, ਇਹਨੇ ਅੰਬੈਸੀ ਨੂੰ ਮੇਲ ਪਾਤੀ, ਉਹ ਸਾਡੇ ਲਈ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ। ਬਿਲਕੁਲ 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 ਸਹੀ ਗੱਲ ਆ ਮਨਜੀਤ ਨੇ ਕਹੀ। ਤੇ ਬਾਕੀ ਮੇਰੇ ਖਿਆਲ 'ਚ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗੇ ਗਿਆ ਹੁਣ, ਹਾਂ ਵੀ ਕਿੱਦਾਂ ਇੱਥੇ ਤੁਸੀਂ ਆ ਸਕਦੇ ਹੋ, ਇੱਥੇ ਆਉਣ ਦਾ ਫਾਇਦਾ ਹੈਗਾ ਕਿ ਨਹੀਂ ਹੈਗਾ ਆ। ਬਾਕੀ ਮੈਂ ਇੱਕ ਗੱਲ ਲਾਸਟ 'ਚ ਕੁਐਸਚਨ ਹੋਰ ਰਹਿ ਗਿਆ ਜਿਹੜਾ ਮੈਂ ਪੁੱਛਣਾ ਸੀਗਾ ਵੀ ਇੱਥੇ ਆ ਕੇ ਜੇ ਤੁਸੀਂ ਸਟੱਡੀ ਆਪਣੀ ਕੰਪਲੀਟ ਕਰ ਲੈਂਦੇ ਹੋ ਉਸ ਤੋਂ ਬਾਅਦ ਤੁਹਾਡੇ ਪੱਕੇ ਹੋਣ ਦਾ ਇੱਥੇ ਹੈਗਾ ਕੋਈ ਹਿਸਾਬ ਕਿਤਾਬ ਕਿ ਨਹੀਂ? ਜ਼ਿਆਦਾਤਰ ਤੇ ਹੈਗਾ ਭਾਜੀ ਚਾਂਸ। ਲਾਈਕ ਜਿੱਦਾਂ ਤੁਸੀਂ ਆਪਣੀ 3 ਸਾਲ ਦੀ ਸਟੱਡੀ ਕੰਪਲੀਟ ਕਰ ਲਓਗੇ, ਉਸ ਤੋਂ ਬਾਅਦ ਤੁਹਾਨੂੰ ਜਿਹੜੀ ਜਰਮਨ ਗਵਰਨਮੈਂਟ ਹੈਗੀ ਹੈ ਔਰ 18 ਮਹੀਨੇ ਦਾ ਵੱਧ ਵੀਜ਼ਾ ਦੇਊਗੀ। ਲਾਈਕ ਉਸ 18 ਮਹੀਨੇ ਵਿੱਚ ਤੁਸੀਂ ਆਪਣੀ ਸਟੱਡੀ ਤੋਂ ਰਿਲੇਟਿਡ ਹੀ ਕੰਮ ਲੱਭਣਾ ਹੈ। ਓਕੇ, ਤਾਂ ਅਗਰ ਤੁਹਾਨੂੰ ਉਸ ਤੋਂ ਰਿਲੇਟਿਡ ਕੰਮ ਲੱਭ ਗਿਆ, ਤੁਸੀਂ ਫਿਰ ਆਪਣੇ ਜਿਹੜਾ ਹੋਏਗਾ ਤੁਹਾਡਾ ਬੌਸ ਹੋਏਗਾ, ਓਨਰ ਹੋਏਗਾ ਕੋਈ ਵੀ, ਤੁਸੀਂ ਉਹਨੂੰ ਬੋਲ ਸਕਦੇ ਹੋ ਕਿ ਮੇਰੇ ਕੰਟਰੈਕਟ ਬਣਾ ਦੇਣ ਇੱਥੇ, ਸੋ ਤੁਸੀਂ ਉੱਥੇ ਅੱਗੇ ਜਾ ਕੇ ਐਮਬੈਸੀ ਦੇ ਸਕਦੇ ਹੋ। ਉਸ ਹਿਸਾਬ ਨਾਲ ਤੁਹਾਡਾ ਵੀਜ਼ਾ ਅੱਗੇ ਵੱਧਦਾ ਰਹੇਗਾ ਤੇ ਤੁਹਾਨੂੰ PR ਦੇ ਚਾਂਸਸ ਜ਼ਿਆਦਾ ਹੋ ਸਕਦੇ ਨੇ। ਲਾਈਕ ਜਿੱਥੋਂ ਤੱਕ ਭਾਈ ਮੈਨੂੰ ਵੀ ਸੁਣਨ 'ਚ ਆਇਆ ਕਿ ਅੱਜ ਕੱਲ੍ਹ ਹੋ ਗਿਆ, ਅਗਰ ਤੁਸੀਂ ਸਟੱਡੀ ਦੇ ਰਿਲੇਟਿਡ ਤੁਹਾਨੂੰ ਜੌਬ ਲੱਭ ਜਾਂਦੀ ਉਹ ਵੀ ਬੈਟਰ ਆ। ਅਗਰ ਨਹੀਂ ਲੱਭਦੀ, ਤੁਸੀਂ ਕਿਤੇ ਵੀ ਕੰਮ ਕਰ ਰਹੇ ਹੋ, ਤੁਸੀਂ ਪ੍ਰੋਫੈਸ਼ਨਲ ਹੋ ਕੋਈ ਵੀ ਕੰਮ 'ਚ, ਲਾਈਕ ਕੁਕਿੰਗ 'ਚ, ਹੋਰ ਕੰਮਾਂ 'ਚ ਪ੍ਰੋਫੈਸ਼ਨਲ ਹੋ, ਲਾਈਕ ਕਿਸੇ ਵੀ ਕੰਮ 'ਚ ਤੁਸੀਂ ਪ੍ਰੋਫੈਸ਼ਨਲ ਹੋ, ਅਗਰ ਤੁਹਾਨੂੰ ਉਹ ਮਾਲਕ ਫਤਰਾਗ ਦੇ ਦਿੰਦਾ, ਲੌਂਗ ਟਾਈਮ ਫਤਰਾਗ ਦੇ ਦਿੰਦਾ, ਉਹ ਵੀ ਤੁਹਾਨੂੰ ਫਤਰਾਗ ਮਤਲਬ ਆਪਣਾ ਕੰਟਰੈਕਟ ਮਿਲ ਜਾਂਦਾ, ਉਹ ਵੀ ਅੱਜ ਕੱਲ੍ਹ ਐਕਸੈਪਟ ਹੈਗੇ ਆ, ਅੰਬੈਸੀ ਐਕਸੈਪਟ ਕਰ ਲੈਂਦੀ ਆ। ਠੀਕ ਆ, ਹਾਂਜੀ। ਤੇ ਉੱਥੇ ਆਪਾਂ ਨੂੰ ਫਿਰ PR ਮਿਲ ਜਾਂਦੀ, ਕਿੰਨਾ ਕੁ ਟਾਈਮ ਲੱਗ ਜਾਂਦਾ? ਲਾਈਕ ਮੇਰੇ ਆਈਡੀਆ ਦੇ ਹਿਸਾਬ ਨਾਲ 6 ਤੋਂ 7 ਸਾਲ ਕਹਿੰਦੇ ਆ ਕਿ ਆਪਾਂ ਲੱਗ ਜਾਂਦੇ ਸਾਨੂੰ, ਪਰ ਉਸ ਤੋਂ ਜਲਦੀ ਵੀ ਹੋ ਸਕਦਾ, ਪਰ 6 ਤੋਂ 7 ਸਾਲ ਆਪਾਂ ਲੈ ਕੇ ਚੱਲੀਏ। ਉਹਦੇ ਵਿੱਚ ਇਹ ਆ ਸਾਡੇ ਕੋਲ ਡਾਕੂਮੈਂਟ ਹੋਣੀ ਚਾਹੀਦੀ, ਆਪਾਂ ਟੈਕਸ ਤਾਰੇ ਤੁਹਾਡੀ ਗਵਰਨਮੈਂਟ ਨੂੰ, ਲਾਈਕ ਇੱਕ ਲੈਂਗੁਏਜ ਆਉਣੀ ਚਾਹੀਦੀ ਆ, ਲਾਈਕ ਆਈ ਥਿੰਕ B1 ਲੈਵਲ ਤੱਕ ਹੈ ਨਾ। ਠੀਕ ਹੈ। ਤੇ ਇਹਨਾਂ ਨਾਲ ਵੀ ਐਂ ਹੁੰਦਾ ਵੀ ਸਟੱਡੀ ਤੋਂ ਬਾਅਦ ਤੁਹਾਨੂੰ ਆਪਣੇ ਸਟੱਡੀ ਰਿਲੇਟਡ ਕੰਮ ਵੀ ਲੱਭ ਜਾਂਦਾ, ਤੁਹਾਨੂੰ ਐਕਸਪੀਰੀਅੰਸ ਵੀ ਹੋ ਜਾਂਦਾ ਆਪਣੀ ਲਾਈਫ 'ਚ, ਤੇ ਆਪਾਂ ਲੈਂਗੁਏਜ ਸਿੱਖ ਲੈਂਦੇ ਇੱਥੇ ਰਹਿ ਕੇ ਹੈ ਨਾ, ਤੇ ਉਸ ਤੋਂ ਬਾਅਦ PR ਵੀ ਹੋ ਜਾਂਦੀ ਆ। ਕੋਈ ਇੰਨੀ ਮੁਸ਼ਕਿਲ ਵਾਲਾ ਕੰਮ ਨਹੀਂ ਮੇਰੇ ਹਿਸਾਬ ਨਾਲ, ਥੋੜ੍ਹਾ ਟਾਈਮ ਜ਼ਰੂਰ ਲੱਗਦਾ ਆ, ਸਟਰਗਲ ਕਰਨਾ ਪੈਂਦਾ ਹੈ ਨਾ। ਤੇ ਬਾਕੀ ਮੇਰੇ ਹਿਸਾਬ ਨਾਲ ਤੁਹਾਨੂੰ ਇਸ ਵੀਡੀਓ ਰਾਹੀਂ ਸਾਰਾ ਕੁਝ ਪਤਾ ਲੱਗੇ ਗਿਆ ਹੋਣਾ, ਹਾਂ ਵੀ ਇੱਥੇ ਆਉਣ ਬਾਰੇ ਤੇ ਇੱਥੇ ਕਿੱਦਾਂ ਡਾਕੂਮੈਂਟ ਬਣਦੇ ਨੇ, ਕਿਤੇ ਪੱਕੇ ਹੋ ਸਕਦੇ ਕਿ ਨਹੀਂ ਹੋ ਸਕਦੇ, ਕਿੰਨੇ ਪੈਸੇ ਬਣ ਸਕਦੇ ਨੇ, ਸੇਵਿੰਗ ਹੈਗੀ ਕਿ ਨਹੀਂ। ਮੇਰੇ ਹਿਸਾਬ ਨਾਲ ਤੁਹਾਨੂੰ ਸਾਰੀ ਨੌਲੇਜ ਮਿਲ ਗਈ ਹੋਣੀ ਇਸ ਵੀਡੀਓ ਰਾਹੀਂ। ਬਾਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ। ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਦੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ। ਉਦੋਂ ਤੱਕ ਲਈ ਆਪਣਾ ਸਾਰੇ ਧਿਆਨ ਰੱਖਿਓ ਤੇ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ।